ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 8 ਜੂਨ 2020 25 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਚਾਦੀ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਹਮੇਸ਼ਾ ਹੀ ਜਿਹੜੇ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਮੇਨ ਇਸ਼ੂ ਹੁੰਦੇ ਨੇ ਉਹਨਾਂ ਦੀ ਬਰੀਫਿੰਗ ਤੁਹਾਨੂੰ ਦਿੰਦੇ ਹਾਂ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 36 ਸਾਲ ਪਹਿਲਾਂ ਸਿੱਖ ਕੌਮ ਤੇ ਘੱਲੂਘਾਰਾ ਵਰਤਾਉਣ ਵਾਲੀ ਦਿੱਲੀ ਸਰਕਾਰ ਨੇ ਇਸ ਵਾਰੀ ਭਾਰਤੀ ਹਕੂਮਤ ਨੇ ਬੇਨਕਾਬ ਕਰਨ ਵਾਲੇ ਸਿੱਖ ਚੈਨਲਸ, ਵੈਬਸਾਈਟ ਅਤੇ YouTube, Facebook, TikTok, Instagram ਆਤੇ ਖੁੱਲਮ ਖੁੱਲਾ ਹਮਲਾ ਕਰਦਿਆਂ ਇਹਨਾਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਹੈ। ਅਕਾਲ ਤਖਤ ਸਾਹਿਬ ਦੇ ਪਾਦਰਾਂ ਵੱਲੋਂ ਥਾਪੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਵੱਲੋਂ ਖਾਲਿਸਤਾਨ ਦੀ ਹਮਾਇਤ ਕਰਨ ਦੇ ਬਿਆਨ ਨੇ ਹਿੰਦੂ ਤਵੀਆਂ ਨੂੰ ਅੱਗ ਬਬੂਲਾ ਕਰ ਦਿੱਤਾ ਹੈ। ਹਰ ਪਾਸੇ ਸਿੱਖਾਂ ਦੇ ਖਿਲਾਫ ਅਵਾ ਤਵਾ ਬੋਲਿਆ ਜਾ ਰਿਹਾ ਹੈ ਔਰ ਜਾਲੀ ਕਿਸਮ ਦੇ ਸਿੱਖਾਂ ਤੋਂ ਖਾਲਿਸਤਾਨ ਦੀ ਮੰਗ ਦਾ ਵਿਰੋਧ ਕਰਵਾਇਆ ਜਾ ਰਿਹਾ ਹੈ। ਸੋ ਇਸ ਇਸ਼ੂ ਨੂੰ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕੁਵੈਤ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਕਿਹਾ ਹੈ ਕਿ ਭਾਰਤ ਵਿੱਚ ਇਸਲਾਮ ਵਿਰੋਧੀ ਹਿੰਦੂ ਤਵੀ ਲਹਿਰ ਦੇ ਚਲਦਿਆਂ ਕੁਵੈਤ ਸਰਕਾਰ ਭਾਰਤ ਨਾਲ ਸਿਹਤ ਮਾਮਲਿਆਂ ਸੰਬੰਧੀ ਕੀਤੇ ਗਏ ਸਾਰੇ ਵਾਅਦੇ ਰੱਦ ਕਰੇ। ਦੂਸਰੇ ਪਾਸੇ ਬੀਜੇਪੀ ਦੇ ਇੱਕ ਜਾਲੀ ਮੁਸਲਮਾਨ ਚਿਹਰੇ ਸੈਯਦ ਨਕਵੀ ਨੇ ਕਿਹਾ ਹੈ ਕਿ ਬੀਜੇਪੀ ਨੂੰ ਖਾਮਖਾ ਬਦਨਾਮ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਮੁਸਲਮਾਨ ਬਹੁਤ ਖੁਸ਼ ਹਨ। ਇਸ ਵਿਸ਼ੇ ਤੇ ਗੱਲਬਾਤ ਹੋਏਗੀ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਚੀਨ ਕੋਲੋਂ ਚੰਗੀ ਤਰ੍ਹਾਂ ਕੁੱਟ ਖਾਣ ਅਤੇ 60 ਵਰਗ ਮੀਲ ਇਲਾਕਾ ਚੀਨ ਦੇ ਹਵਾਲੇ ਕਰਨ ਦੇ ਬਾਵਜੂਦ ਬੀਜੇਪੀ ਵੱਲੋਂ ਆਪਣੀ ਪਿੱਠ ਤੇ ਥਾਪੀ ਦਿੱਤੀ ਜਾ ਰਹੀ ਹੈ ਅਤੇ ਪਾਕਿਸਤਾਨ ਨੂੰ ਧਮਕਾਇਆ ਜਾ ਰਿਹਾ ਹੈ। ਇਸ ਵਿਸ਼ੇ ਉੱਪਰ ਗੱਲਬਾਤ ਹੋਏਗੀ ਅਤੇ ਨਾਲ ਹੀ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜੂਨ 84 ਦੇ ਘੱਲੂਘਾਰੇ ਸੰਬੰਧੀ ਪਾਕਿਸਤਾਨੀ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਨਵਾਂ ਘੱਲੂਘਾਰਾ ਸ਼ੇਅਰ ਕੀਤੀ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਸਾਰੇ ਵਿਸ਼ਿਆਂ ਉੱਪਰ? ਦੇਖੋ, ਅਜੇ ਘੱਲੂਘਾਰਾ ਹਫ਼ਤੇ ਦਾ ਮਾਨਸਿਕ ਜ਼ਿਹਨੀ ਪ੍ਰਭਾਵ ਚੱਲ ਰਿਹਾ ਬਰਾਬਰ ਜੀ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਜਿਸ 8 ਜੂਨ ਨੂੰ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਠੀਕ 36 ਸਾਲ ਪਹਿਲਾਂ ਅੱਜ ਦੇ ਦਿਨ ਘੱਲੂਘਾਰਾ 84 ਦੀ ਆੜ ਦੇ ਵਿੱਚ ਸਿੱਖਾਂ ਦਾ ਇਤਿਹਾਸਕ ਖਜ਼ਾਨਾ ਸਾਡੀਆਂ ਲਗਭਗ 5.5 ਸਦੀਆਂ ਦੀਆਂ ਪੁਰਾਤਨ ਹੱਥ ਲਿਖਤ ਮੈਨਸਕ੍ਰਿਪਟਸ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ, ਗੁਰੂ ਸਾਹਿਬਾਨ ਦੇ ਹੁਕਮਨਾਮੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੇਅਰ ਕਿਤਾਬਾਂ ਜਿਹੜੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਬਿਲਕੁਲ ਆਊਟਸਕਰਟਸ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਸੀ, ਉਸ ਨੂੰ ਲੁੱਟਿਆ ਗਿਆ। ਹਜ਼ਾਰਾਂ ਜਿਹੜਾ ਇਸ ਕਿਸਮ ਦੇ ਦੁਰਲਭ ਨੁਸਖੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਅੱਜ ਸਾਡੇ ਕੋਲ ਨਹੀਂ ਨੇ ਔਰ ਇਸ ਗੱਲ ਦੇ ਸਬੂਤ ਨੇ ਕਿ ਕਿਵੇਂ ਦਰਜਨਾਂ ਫੌਜ ਦੇ
ਟਰੱਕਾਂ ਦੇ ਵਿੱਚ ਉਹਨਾਂ ਨੂੰ ਲੱਦ ਕੇ ਲਿਜਾਇਆ ਗਿਆ ਔਰ ਬਾਅਦ ਦੇ ਵਿੱਚ ਲਾਇਬ੍ਰੇਰੀ ਨੂੰ ਅੱਗ ਲਾ ਦਿੱਤੀ ਗਈ। ਔਰ ਜਦੋਂ ਸਿੱਖ ਕੌਮ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਇਹ ਸਾਡਾ ਇਤਿਹਾਸਕ ਖਜ਼ਾਨਾ ਵਾਪਸ ਕਰੋ, ਤੇ ਕਿਹਾ ਜਾਂਦਾ ਹੈ ਕਿ ਜੀ ਉਹ ਤਾਂ ਅੱਗ ਲੱਗ ਗਈ ਸੀ ਔਰ ਅੱਗ ਨਾਲ ਸੜ ਗਿਆ। ਔਰ ਉਹਦੇ ਲਈ ਵੀ ਜਿਹੜਾ ਇਹ ਕਿਹਾ ਜਾਂਦਾ ਜੀ ਇੱਕ ਜੁਝਾਰੂ ਨੇ ਉੱਥੇ ਜਿਹੜੀ ਹੈ ਉਹ ਗੋਲੀ ਚਲਾਈ ਔਰ ਅੱਗ ਲੱਗ ਗਈ। ਜਦੋਂ ਕਿ ਅਸੀਂ ਦੇਖਦੇ ਹਾਂ ਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਟੈਂਕਾਂ ਦੀ ਉਸ ਜੰਗ ਤੋਂ ਬਾਅਦ 6 ਜੂਨ ਦੀ ਸਵੇਰ ਤੱਕ ਜਿੰਨੇ ਵੀ ਸਿੰਘ ਸਿੰਘਣੀਆਂ ਦਰਬਾਰ ਸਾਹਿਬ ਦੇ ਉਸ ਕੰਪਲੈਕਸ ਦੇ ਅੰਦਰ, ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਅੰਦਰ ਜਿਨ੍ਹਾਂ ਨੇ ਪੋਜੀਸ਼ਨਸ ਲਈਆਂ ਸੀ, ਉਹ ਸਾਰੇ ਸ਼ਹੀਦ ਹੋ ਚੁੱਕੇ ਸੀ। 7 ਜੂਨ ਦਾ ਦਿਨ ਵੀ ਪੂਰਾ ਪੀਸਫੁਲ ਸੀ, ਲੇਕਿਨ ਇਹਦੇ ਬਾਵਜੂਦ ਦਿੱਲੀ ਤੋਂ ਆਏ ਹੁਕਮਾਂ ਦੇ ਤਹਿਤ ਉਹ ਸਾਡੇ ਇਤਿਹਾਸਕ ਖਜ਼ਾਨੇ ਨੂੰ ਲੁੱਟਿਆ ਗਿਆ। ਕਿੱਥੇ ਉਹ ਪਿਆ, ਔਰ ਕਈ ਵਾਰ ਦਿੱਲੀ ਪਾਰਲੀਮੈਂਟ ਜਾਰਜ ਫਰਨਾਂਡਿਸ ਜਦੋਂ ਡਿਫੈਂਸ ਮਿਨਿਸਟਰ ਸੀ ਉਹਨੇ ਮੰਨਿਆ ਸੀ ਕਿ ਸਾਡੇ ਕੋਲ ਪਿਆ, ਲੇਕਿਨ ਅਕਾਲੀ ਵੀ ਬਾਰ-ਬਾਰ ਉਹਨਾਂ ਦੀ ਨਾਲ ਵਜ਼ਾਰਤ ਬਣਾਉਂਦੇ ਨੇ। ਲੇਕਿਨ ਉਹਨਾਂ ਨੂੰ ਵੀ ਪਤਾ ਹੈ, ਜਦੋਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਨੈਫੇਰੀਅਸ ਏਜੰਡਾ ਹਿੰਦੂ ਤਵੀਆਂ ਦਾ ਚੱਲ ਰਿਹਾ ਹੈ, ਸਿੱਖਾਂ ਨੂੰ ਆਪਣੇ 'ਚ ਜਜ਼ਬ ਕਰਨ ਦਾ, ਕਿਵੇਂ ਉਹਨਾਂ ਮੈਨੂਸਕ੍ਰਿਪਟਸ ਦੇ ਨਾਲ ਛੇੜਛਾੜ ਕੀਤੀ ਜਾਏਗੀ, ਉਹਨਾਂ ਦਾ ਕੀ ਬਣਾਇਆ ਜਾਏਗਾ। ਆਲਰੇਡੀ ਇਹ ਵੀ ਹੈ ਕਿ ਉਹਨਾਂ 'ਚੋਂ ਕਈ ਬੇਸ਼ੱਕ ਕੀਮਤੀ ਜਿਹੜੇ ਇਸ ਕਿਸਮ ਦੇ ਬੜੇ ਦੁਰਲਭ ਗ੍ਰੰਥ ਸਨ, ਉਹਨਾਂ ਨੂੰ ਵੇਚਿਆ ਵੀ ਗਿਆ ਕਿਤੇ ਨਾ ਕਿਤੇ ਦੁਨੀਆ ਦੇ ਉਹਨਾਂ ਲੋਕਾਂ ਦੇ ਕੋਲ ਜਿਹੜੇ ਕਿ ਇਸ ਕਿਸਮ ਦੀਆਂ ਜਿਹੜੀਆਂ ਦੁਰਲਭ ਚੀਜ਼ਾਂ ਨੇ ਉਹਨਾਂ ਦੇ ਲਈ ਮਿਲੀਅਨਸ ਆਫ ਡਾਲਰਸ ਦਿੰਦੇ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਮੈਂ ਘੱਲੂਘਾਰੇ ਦੇ ਵਿੱਚ ਫਿਜ਼ੀਕਲੀ ਜਿਹੜੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੇ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ, ਉਸ ਦੇ ਉੱਤੇ ਦੁਖਤ ਹੁੰਦੇ ਆ। ਇਹ ਬਹੁਤ ਵੱਡਾ ਸਾਡਾ ਖਜ਼ਾਨਾ ਜਿਹੜਾ ਕੌਮਾਂ ਦੇ ਲਈ ਸਭ ਤੋਂ ਅਹਿਮ ਉਹਨਾਂ ਦਾ ਇਤਿਹਾਸ ਹੁੰਦਾ ਹੈ। ਔਰ ਇਸ ਗੱਲ ਨੂੰ ਯਾਦ ਰੱਖੀਏ ਕਿ ਜਿਵੇਂ ਮਿਸਟਰ ਮਿਲਾਨ ਕੁੰਦਰਾ ਜਿਹੜੇ ਇੱਕ ਫ੍ਰੀਲੈਂਸ ਲਿਖਾਰੀ ਸਨ, ਔਰ ਉਹਨਾਂ ਦੇ ਇਹ ਜਿਹੜੇ ਲਫ਼ਜ਼ ਨੇ ਕਿ ਜਦੋਂ ਕੌਮਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ, ਜੈਨੋਸਾਈਡ ਕੀਤਾ ਜਾਂਦਾ ਹੈ, ਤੇ ਕੀ ਕੀਤਾ ਜਾਂਦਾ ਹੈ, ਇਹ ਮਿਲਾਨ ਕੁੰਦਰਾ ਦੇ ਲਫ਼ਜ਼ ਨੇ। The first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. ਕਿ ਜਦੋਂ ਕਿਸੇ ਕੌਮ ਨੂੰ ਤਬਾਹ ਕਰਨਾ ਹੁੰਦਾ ਹੈ, ਉਹਦਾ ਪਹਿਲਾ ਕਦਮ ਹੁੰਦਾ ਹੈ ਜਿਹੜੀਆਂ ਤਬਾਹ ਕਰਨਾ ਚਾਹੁੰਦੀਆਂ ਨੇ, ਜਿਨ੍ਹਾਂ ਦੇ ਕੋਲ ਮੈਜੋਰਿਟੀ ਹੁੰਦੀ ਹੈ, ਪਾਵਰ ਹੁੰਦੀ ਹੈ, ਅਥਾਰਟੀ ਹੁੰਦੀ ਹੈ, ਉਹ ਕਿ ਉਸ ਦੀਆਂ ਕਿਤਾਬਾਂ ਡਿਸਟਰੋਏ ਕਰ ਦਿਓ, ਉਸ ਦੀ ਤਹਿਜ਼ੀਬ ਡਿਸਟਰੋਏ ਕਰ ਦਿਓ, ਉਸ ਦਾ ਇਤਿਹਾਸ ਖਤਮ ਕਰ ਦਿਓ। ਫਿਰ ਨਵੇਂ ਲੋਕ ਲਾਓ ਜਿਹੜੇ ਨਵਾਂ ਇਤਿਹਾਸ ਲਿਖਣ, ਨਵੀਂ ਤਹਿਜ਼ੀਬ ਬਣਾਉਣ, ਔਰ ਵਕਤ ਪਾ ਕੇ ਉਹ ਲੋਕ ਭੁੱਲ ਜਾਣਗੇ ਕਿ ਉਹ ਕੀ ਸਨ ਤੇ ਕੀ ਹੋ ਗਏ ਨੇ। ਔਰ ਉਹਨੇ ਸਾਰੀ ਸਟਰਗਲ ਨੂੰ ਕਿਹਾ ਕਿ ਇਹ ਸਟਰਗਲ ਹੀ ਇਹ ਹੈ ਬਿਟਵੀਨ ਮੈਮਰੀ ਐਂਡ ਫੋਰਗੇਟਿੰਗ, ਕਿ ਉਹ ਇਹ ਵੀ ਚਾਹਣਗੇ ਕਿ ਜੋ ਤੁਹਾਡੇ ਨਾਲ ਵਾਪਰਿਆ ਉਹਨੂੰ ਤੁਸੀਂ ਭੁੱਲ ਜਾਓ ਔਰ ਤੁਹਾਨੂੰ ਯਾਦ ਨਹੀਂ ਰੱਖਣ ਦੇਣਗੇ। ਤੇ ਜੇ ਤੁਸੀਂ ਯਾਦ ਕਰੋਗੇ, ਜਿਵੇਂ ਇਸ 36ਵੀਂ ਐਨੀਵਰਸਰੀ ਦੇ ਮੌਕੇ ਸੱਚਮੁੱਚ ਸਿੱਖ ਕੌਮ ਨੇ ਯਾਦ ਕੀਤਾ, ਇਹਦੇ ਕੋਈ ਸ਼ੱਕ ਨਹੀਂ ਹੈ ਕਿ ਇੱਕ ਕੰਟੀਨੈਂਟ ਤੋਂ ਲੈ ਕੇ ਦੂਸਰੇ ਕੰਟੀਨੈਂਟ ਤੱਕ, ਔਰ ਈਵਨ ਭਾਰਤੀ ਕਬਜ਼ੇ ਵਿੱਚ ਰਹਿ ਰਹੀ ਸਿੱਖ ਕੌਮ ਨੇ ਵੀ ਜਿਹੜਾ ਹੈ ਉਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਥਾਂ ਜਿਹੜਾ ਇਸ 36ਵੇਂ ਘੱਲੂਘਾਰੇ ਦੀ ਯਾਦ ਦੇ ਵਿੱਚ ਜਿਹੜੇ ਨੇ ਡਿਸਕਸ਼ਨ ਸੈਸ਼ਨ ਹੋਏ ਨੇ, ਔਰ ਜਿਹੜੀ ਗੱਲ ਨੇ ਤਿਲ ਮਿਲਾਇਆ ਹੋਇਆ ਜਿਸ ਦੇ ਨਾਲ ਭਾਰਤ ਦੀਆਂ ਸਾਰੀਆਂ ਸਿਆਸੀ ਤਰ੍ਹਾਂ ਉਹਨਾਂ ਦਾ ਸਾਰਾ ਮੇਨ ਸਟ੍ਰੀਮ ਅਖੌਤੀ ਮੀਡੀਆ, ਜਿਹਨੂੰ ਗੋਦੀ ਮੀਡੀਆ ਜ਼ਿਆਦਾ ਪਪੂਲਰਲੀ ਕਿਹਾ ਜਾਂਦਾ ਹੈ ਔਰ ਬਿਲਕੁਲ ਠੀਕ ਕਿਹਾ ਜਾਂਦਾ ਹੈ। ਪਰ ਈਵਨ ਪੰਜਾਬ ਲੈਵਲ ਦੇ ਜਿਹੜੇ ਉਹਨਾਂ ਦੇ ਸਾਰੇ ਰੈਂਟਾ ਸਿੱਖ ਖੜੇ ਕੀਤੇ ਹੋਏ ਨੇ ਬੱਚੇ ਜਮੂਰੇ, ਉਹਨਾਂ ਨੂੰ ਥਾਪੀ ਦਿੱਤੀ ਜਾ ਰਹੀ ਹੈ। ਬੋਲੋ ਉਹੀ ਲੋਕ ਜਿਹੜੇ ਕੱਲ ਤੱਕ ਇਹ ਕਹਿੰਦੇ ਸੀ ਕਿਸੇ ਨਾ ਕਿਸੇ ਪਾਸਿਓਂ, ਦੇਖੋ ਜੀ ਅਕਾਲ ਤਖਤ ਦਾ ਜਥੇਦਾਰ ਜਿਹੜਾ ਜੇ ਉਹਨੇ ਕਿਹਾ ਕਿ ਜੀ ਇਹ ਨਹੀਂ ਹੈ, ਤਾਂ ਉਹੀ ਹੁਣ ਲੱਗੇ ਹੋਏ ਨੇ ਕਿ ਜੀ ਇਹ ਕਿਹਨੇ ਕਿਹਾ, ਕੀ ਕਿਹਾ। ਇਹ ਵੀ ਡਿਮਾਂਡ ਹੋ ਰਹੀ ਹੈ ਕਿ ਜਥੇਦਾਰ ਦੇ ਖਿਲਾਫ ਕ੍ਰਿਮੀਨਲ ਕੇਸ ਰਜਿਸਟਰ ਕੀਤਾ ਜਾਏ, ਕਿਉਂਕਿ ਉਹਨਾਂ ਨੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਦੁਨੀਆ 'ਚ ਕਿਹੜਾ ਸਿੱਖ ਹੈ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਔਰ ਫਿਰ ਉਹਨਾਂ ਦਾ ਅਗਲੇ ਦਿਨ ਇਹੀ ਨਹੀਂ ਕਿ ਮੌਕੇ ਤੇ
ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲੌਂਗੋਵਾਲ ਵੀ ਨਾਲ ਬੈਠਾ ਸੀ। ਪਰ ਅਗਲੇ ਦਿਨ ਜਿਹੜਾ ਉਹਨਾਂ ਦਾ ਇੱਕ ਇੰਟਰਵਿਊ ਜਿਹਨੂੰ ਸਾਰੇ ਮੀਡੀਆ ਨੇ, ਉਹਨਾਂ ਨੇ ਈਵਨ ਜਿਨ੍ਹਾਂ ਨੇ ਹਥਿਆਰ ਚੁੱਕੇ ਹਕੂਮਤ ਦੇ ਜ਼ੁਲਮ ਦੇ ਖਿਲਾਫ, ਉਸ ਦੀ ਜਸਟੀਫਿਕੇਸ਼ਨ ਵੀ ਉਹਨਾਂ ਨੇ ਕੀਤੀ। ਉਹਨਾਂ ਨੇ ਪੂਰਾ ਕੇਸ ਬਿਲਡ ਕੀਤਾ ਇਸ ਦੇ ਉੱਤੇ ਕਿ ਭਾਈ ਕਿਵੇਂ ਸਾਡੇ ਨਾਲ ਜਿਹੜੇ ਇਕਰਾਰ ਕੀਤੇ ਸੀ ਜਦੋਂ ਸਾਡੀ ਕੌਮ ਨੇ ਕਿਸਮਤ ਇਹਨਾਂ ਦੇ ਨਾਲ ਜੋੜੀ ਸੀ 1947 ਚ, ਕਿ ਅਸੀਂ ਉਹ ਖਿੱਤਾ ਉਹ ਜਿਹੜਾ ਮਹਿਫੂਜ਼ ਹੋਣ ਦਾ ਗਲੋ ਆਫ ਫਰੀडम ਦੀ ਜਿਹੜੀ ਹੈ ਗੱਲ ਕੀਤੀ ਸੀ। ਲੇਕਿਨ ਇਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਨੇ, ਜ਼ਾਹਰ ਹੈ ਬਾਦਲਾਂ ਵੱਲੋਂ ਥਾਪੇ ਹੋਏ, ਪਰ ਜਿਹੜੀ ਗੱਲ ਮੀਡੀਆ ਨੂੰ ਔਰ ਉਹਨਾਂ ਦੀ ਹਕੂਮਤ ਨੂੰ ਰੈਟਲ ਕਰ ਰਹੀ ਹੈ ਕਿ ਇੱਕ ਪਾਸੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਾਂ ਸਾਰੀਆਂ ਜੁਝਾਰੂ ਧਿਰਾਂ ਖਾਲਿਸਤਾਨ ਜਿਨ੍ਹਾਂ 'ਚ 5 ਮਿਲੀਅਨ ਸਿੱਖ ਡਾਇਸਪੋਰਾ ਹੈ, ਉਹ ਤਾਂ ਪਿਛਲੇ 36 ਸਾਲ ਤੋਂ ਕਨਸਟੈਂਟਲੀ ਇਹ ਖਾਲਿਸਤਾਨ ਕਹਿ ਹੀ ਨਹੀਂ ਰਹੇ। ਉਹਦੇ ਲਈ ਉਹਨਾਂ ਨੇ ਕਿਵੇਂ ਪੇਸ਼ਕਦਮੀ ਵੀ ਕੀਤੀ ਹੈ ਦੁਨੀਆ ਭਰ 'ਚ, ਕਿਵੇਂ ਭਾਰਤੀ ਡਿਪਲੋਮੈਟਾਂ, ਉਹਨਾਂ ਦੇ ਐਂਬੈਸਡਰਾਂ, ਉਹਨਾਂ ਸਾਰਿਆਂ ਦੇ ਗੁਰਦੁਆਰਿਆਂ 'ਚ ਦਾਖਲੇ ਤੇ ਪਾਬੰਦੀ ਹੈ ਔਰ 4 ਚੁਫੇਰੇ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ। ਪਰ ਜਿਹੜੀ ਗੱਲ ਉਹਨਾਂ ਨੂੰ ਫਿਕਰ ਪਾ ਰਹੀ ਹੈ ਕਿ ਜਿਹੜੇ ਪਿੰਜਰੇ ਦੇ ਵਿੱਚ ਰੱਖੇ ਹੋਏ ਤੋਤੇ ਸੀ ਸਾਡੇ, ਜਿਹੜੇ ਭਾਰਤ ਮਾਤਾ ਕੀ ਜੈ ਕਹਿ ਕੇ ਸਾਡੇ ਤੋਂ ਮੁਫਾਦ ਲੈਂਦੇ ਸੀ, ਹੁਣ ਉਹ ਪਿੰਜਰੇ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਖੰਭ ਜਿਹੜੇ ਨੇ ਫੜਫੜਾ ਰਹੇ ਨੇ ਔਰ ਉਹ ਪਿੰਜਰੇ ਨੂੰ ਜਿਹੜਾ ਉਹ ਚੁੰਝਾ ਮਾਰ ਕੇ ਕਹਿ ਰਹੇ ਨੇ ਕਿ ਅਸੀਂ ਵੀ ਆਜ਼ਾਦ ਹੋਣਾ। ਇਹ ਜਦੋਂ ਕੈਫੀਅਤ ਕਿਸੇ ਕੌਮ ਦੀ ਬਣ ਜਾਂਦੀ ਹੈ, ਕਿਉਂਕਿ ਇਹ ਉਹ ਰੈਂਟਾ ਸਿੱਖ ਪਾਰਟੀ ਹੈ ਅਕਾਲੀ ਦਲ ਬਾਦਲ ਐਂਡ ਕੰਪਨੀ ਦੀ, ਜਿਹੜੇ ਕਿਤੇ ਨਾ ਕਿਤੇ ਭਾਈਵਾਲ ਵੀ ਸਨ ਜੂਨ 84 ਦੇ ਘੱਲੂਘਾਰੇ 'ਚ, ਫਿਰ ਹਕੂਮਤ ਦੇ ਨਾਲ ਰਲ ਕੇ ਉਹਨਾਂ ਨੇ ਦਿੱਲੀ ਦਰਬਾਰ ਦੇ ਨਾਲ ਰਲ ਕੇ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਵੀ ਕਿਤੇ ਐਕਟਿਵ ਕਿਤੇ ਸਾਇਲੈਂਟ ਰੋਲ ਪਲੇ ਕੀਤਾ। ਜਦੋਂ ਇਹਨਾਂ ਦੇ ਕੋਲ ਪਾਵਰ ਰਹੀ ਅਕਾਲੀਆਂ ਕੋਲ, ਇਹ ਠੀਕ ਹੈ ਕੁਝ ਹਲਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਹਨਾਂ ਦੀ ਸਟ੍ਰੈਟਜੀ ਹੈ ਬਾਦਲ ਕਿਆਂ ਦੀ ਕਿ ਜੀ ਉਹ ਸਿੱਧੇ ਤੌਰ ਤੇ ਹੁਣ ਸਿੱਖਾਂ ਦੀਆਂ ਨਜ਼ਰਾਂ 'ਚ ਡਿੱਗ ਚੁੱਕੇ ਨੇ। ਈਵਨ ਇਸ ਵੇਲੇ ਉਹ ਮੇਨ ਆਪੋਜੀਸ਼ਨ ਪਾਰਟੀ ਵੀ ਨਹੀਂ ਨੇ ਪੰਜਾਬ ਅਸੈਂਬਲੀ 'ਚ, ਉਹ ਵੀ ਆਮ ਆਦਮੀ ਪਾਰਟੀ ਨੇ ਉਹ ਥਾਂ ਲਈ ਹੋਈ ਹੈ ਔਰ ਉਹ ਆਪਣੀ ਜਿਹੜੀ ਗਵਾਚੀ ਸਾਖ ਹੈ ਕੌਮ ਦੇ ਵਿੱਚ ਉਸ ਨੂੰ ਬਰਕਰਾਰ ਕਰਨਾ ਚਾਹੁੰਦੇ ਨੇ। ਵਕਤੀ ਤੌਰ ਤੇ ਉਹ ਗੇਮ ਖੇਡ ਰਹੇ ਨੇ। ਜਦੋਂ ਇਸ ਦੇ ਰਾਹੀਂ ਉਹ ਵਾਪਸ ਰੀਐਸਟੈਬਲਿਸ਼ ਹੋਣਗੇ ਜਾਂ ਇਕਤਦਾਰ ਚਾਹਣਗੇ, ਫਿਰ ਉਹੀ ਕਰਤੂਤਾਂ ਕਰਨਗੇ ਜਿਹੜੀਆਂ ਇਹ ਪਹਿਲਾਂ ਕਰਦੇ ਰਹੇ। ਅਸੀਂ ਇਸ ਹਾਈਪੋਥੇਸਿਸ ਨੂੰ ਨਕਾਰਦੇ ਨਹੀਂ ਹੈ ਕਿਉਂਕਿ ਇਹਨਾਂ ਦਾ ਪਾਸਟ ਟਰੈਕ ਰੈਕਡ ਇਹੀ ਦੱਸਦਾ ਹੈ, ਪਰ ਅਸੀਂ ਤਾਂ ਈਵਨ ਇਸ ਚੋਂ ਵੀ ਇਹ ਪੋਜ਼ਿਟਿਵਿਟੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੇ ਇਸ ਕਦਰ ਫਿਜ਼ਾ ਦੇ ਵਿੱਚ ਕਿਵੇਂ ਜਿਹੜਾ ਇੰਨੀ ਜ਼ਹਿਰੀਲੀ ਹਵਾ ਭਰ ਦਿੱਤੀ ਹੈ ਕਿ ਜਿਹੜੇ ਇਹਨਾਂ ਦੇ ਰੈਂਟਾ ਸਿੱਖ ਨੇ ਉਹ ਵੀ ਮਹਿਸੂਸ ਕਰਨ ਲੱਗ ਗਏ ਨੇ ਕਿ ਕੌਮ ਮਹਿਸੂਸ ਕਰਦੀ ਹੈ ਕਿ ਅਸੀਂ ਇਸ ਸਫੋਕੇਸ਼ਨ 'ਚ ਗੁਲਾਮੀ ਦੀ 'ਚ ਨਹੀਂ ਜਿਉਣਾ, ਅਸੀਂ ਆਜ਼ਾਦੀ 'ਚ ਰਹਿਣਾ ਔਰ ਆਜ਼ਾਦੀ ਦੀ ਗੱਲ ਕਰਨਾ ਉਹਨਾਂ ਦੀ ਮਜਬੂਰੀ ਬਣ ਗਈ ਹੈ। ਕੱਲ ਨੂੰ ਉਹ ਕੀ ਕਰਨਗੇ ਇਸ ਗੱਲ ਦੇ ਨਾਲ ਜਿਹੜਾ ਉਹ ਦੇਖਿਆ ਜਾਏਗਾ ਵੀ ਇਹਨਾਂ ਨੂੰ ਕਿਵੇਂ ਕੌਮ ਡੀਲ ਕਰੇਗੀ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜਦੋਂ ਜਥੇਦਾਰ ਇਹ ਕੇਸ ਬਿਲਟ ਕਰ ਰਿਹਾ ਹੈ ਕਿ ਭਾਈ 47 ਚ ਇਹਨਾਂ ਨੇ ਵਾਅਦੇ ਸਾਡੇ ਨਾਲ ਜਿਹੜੇ ਕੀਤੇ ਸੀ ਉਹ ਤਾਂ ਵਫਾ ਨਹੀਂ ਕੀਤੇ, ਪਰ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾ ਦਿੱਤਾ। ਇੱਥੋਂ ਗੱਲ ਉਹਨਾਂ ਨੇ ਸ਼ੁਰੂ ਕੀਤੀ। ਫਿਰ ਉਹਨਾਂ ਕਿਹਾ ਜੀ 1955 ਚ ਦਰਬਾਰ ਸਾਹਿਬ ਦੀ ਹਦੂਦ ਚ ਪੁਲਿਸ ਵੜੀ। ਇਹ ਉਹ ਜ਼ਮਾਨਾ ਸੀ ਜਦੋਂ ਭੀਮ ਸੈਨ ਸੱਚਾ ਪੰਜਾਬ ਦਾ ਚੀਫ ਮਿਨਿਸਟਰ ਸੀ ਔਰ ਅਸ਼ਵਨੀ ਕੁਮਾਰ ਜਿਹੜਾ ਉਹ ਆਈਜੀ ਪੁਲਿਸ ਜਿਹੜਾ ਬਣਿਆ ਬਾਅਦ, ਉਹਨੇ ਪੁਲਿਸ ਭੇਜੀ ਸੀ। ਫਿਰ ਉਹਨਾਂ ਕਿਹਾ ਕਿ ਭਾਈ ਇਹਨਾਂ ਨੇ ਸਾਡਾ ਆਰਥਿਕ ਸ਼ੋਸ਼ਣ ਵੀ ਕੀਤਾ, ਸਾਡਾ ਦਰਿਆਈ ਪਾਣੀ ਖੋਇਆ ਕਿਵੇਂ ਗਵਾਂਢੀ ਹਿੰਦੂ ਸਟੇਟਾਂ ਨੂੰ ਦਿੱਤਾ, ਫਿਰ ਜੇ ਬਾਕੀਆਂ ਨੂੰ ਪੰਜਾਬੀ ਸੂਬਾ ਦਿੱਤਾ ਅਸੀਂ ਮੰਗਿਆ। ਤੇ ਇਹਨਾਂ ਨੇ ਈਵਨ ਦਿੱਲੀ ਦੇ ਵਿੱਚ ਜਦੋਂ ਇਸ ਦੇ ਲਈ ਹੋਇਆ ਤੇ ਕਈ ਸਿੱਖ ਮਾਰੇ, ਇਹਦਾ ਬਹੁਤ ਘੱਟ ਜ਼ਿਕਰ ਹੁੰਦਾ ਹੈ, ਪਰ ਦਿੱਲੀ ਦੇ ਵਿੱਚ ਪੀਸਫੁਲ ਜਿਹੜਾ ਸਿੱਖਾਂ ਦਾ ਇੱਕ ਜਲੂਸ ਸੀ ਪੰਜਾਬੀ ਸੂਬੇ ਦੇ ਹੱਕ, ਉਸ ਦੇ ਉੱਤੇ ਗੋਲੀ ਚਲਾਈ ਗਈ ਸੀ, ਦਰਜਨਾਂ ਸਿੱਖ ਸ਼ਹੀਦ ਕੀਤੇ ਸੀ। ਔਰ ਦਿੱਲੀ ਦੇ ਗੁਰਦੁਆਰੇ ਇਸ ਵਾਰ ਵੀ ਅਸੀਂ ਜਿਵੇਂ ਦੇਖਿਆ ਦਰਬਾਰ ਸਾਹਿਬ ਦੀ ਤਾਲਾਬੰਦੀ ਵਾਂਗ ਮਾਹੌਲ ਸੀ ਕਿ ਉਹਨਾਂ ਨੇ ਮੱਥਾ ਟੇਕਣ ਵੀ ਨਹੀਂ ਅੰਦਰ ਜਾਣ ਦਿੱਤਾ। ਇਸੇ ਤਰ੍ਹਾਂ ਈਵਨ 55-56 ਦੇ ਦੌਰ ਦੇ ਵਿੱਚ ਵੀ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ, ਰਕਾਬਗੰਜ, ਬੰਗਲਾ ਸਾਹਿਬ ਉਹਨਾਂ ਨੂੰ ਜੰਦੇ ਲਾ ਦਿੱਤੇ ਸੀ ਔਰ ਕਿਸੇ ਸਿੱਖ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਉਸ ਤੋਂ ਬਾਅਦ ਸਿੱਖਾਂ ਦੇ ਕੋਲ ਕੀ ਚੁਆਇਸ ਸੀ। ਜੇ ਉਹਨਾਂ ਨੇ ਹਥਿਆਰ ਚੁੱਕੇ
ਤੇ ਇਹ ਬਿਲਕੁਲ ਠੀਕ ਸਿੱਖ ਆਈਡੀਓਲੋਜੀ ਦੇ ਮੁਤਾਬਕ ਸੀ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਐਟਰੋਸਿਟੀਜ਼ ਨੇ ਇਹ 84 ਤੱਕ ਹੀ ਨਹੀਂ ਰਹੀਆਂ, ਉਸ ਤੋਂ ਬਾਅਦ ਵੀ ਜਿਵੇਂ ਇਹ ਕਿਵੇਂ ਜ਼ੁਲਮ ਕੀਤਾ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਇੱਕ ਪੋਜ਼ਿਟਿਵ ਗੱਲ ਹੈ ਕਿ ਉਸ ਦਾਇਰੇ 'ਚ ਉਹਨਾਂ ਵੱਲੋਂ ਅਪਾਇੰਟਡ ਜਥੇਦਾਰ ਔਰ ਲੌਂਗੋਵਾਲ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਬੈਠਾ, ਪਹਿਲੇ ਦਿਨ ਤਾਂ ਉਹਨੇ ਬਾਅਦ ਦੇ ਵਿੱਚ ਕਿਸੇ ਹੋਰ ਮੀਡੀਆ ਨੂੰ ਕਿਹਾ ਜੀ ਬਿਲਕੁਲ ਠੀਕ ਕਿਹਾ ਉਹਨਾਂ ਨੇ। ਹੁਣ 2-3 ਦਿਨ ਬਾਅਦ ਜਿਹੜਾ ਅਕਾਲੀਆਂ ਨੂੰ ਜਿਉਂ-ਜਿਉਂ ਇਹ ਹੁਣ ਹਿੰਦੂ ਤਵੀਆਂ ਦਾ ਦਬਾਅ ਬਣ ਰਿਹਾ ਹੈ, ਕਿਤੇ ਨਾ ਕਿਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨਹੀਂ ਜੀ ਉਹਨਾਂ ਦੇ ਲਫ਼ਜ਼ਾਂ ਨੂੰ ਤੇ ਸਾਡੇ ਲਫ਼ਜ਼ਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਲੇਕਿਨ ਅਸੀਂ ਸਮਝਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਜਿੱਥੇ ਬਾਹਰਲੇ ਸਿੱਖਾਂ ਨੇ ਇਸ ਨੂੰ ਵੈਲਕਮ ਕੀਤਾ ਹੈ, ਖਾਲਿਸਤਾਨ ਦੀਆਂ ਤਨਜ਼ੀਮਾਂ ਨੇ ਵੀ ਕੀਤਾ ਹੈ, ਲੇਕਿਨ ਇੱਕ ਜ਼ਰੂਰ ਜਿਹੜਾ ਖਾਲਿਸਤਾਨੀ ਐਕਟਿਵਿਸਟ ਨੇ ਕਿਹਾ ਔਰ ਠੀਕ ਕਿਹਾ ਕਿ ਵਾਕ ਦਾ ਟਾਕ, ਇਹ ਇੱਕ ਐਕਸਪ੍ਰੈਸ਼ਨ ਹੈ ਜਿਹਨੂੰ ਕਈ ਲਫ਼ਜ਼ਾਂ 'ਚ ਵਾਕ ਦਾ ਵਾਕ, ਟਾਕ ਦਾ ਟਾਕ ਵੀ ਕਹਿੰਦੇ ਨੇ। ਪਰ ਇਸ ਸਿਚੁਏਸ਼ਨ 'ਚ ਇਹ ਹੈ ਕਿ ਤੁਸੀਂ ਗੱਲ ਮੂੰਹੋਂ ਕੱਢ ਦਿੱਤੀ ਹੈ, ਹੁਣ ਵਾਕ ਦਾ ਟਾਕ, ਕਿ ਜੋ ਤੁਸੀਂ ਕਿਹਾ ਉਸ ਦੇ ਉੱਤੇ ਅਮਲ ਦਰਾਮਦ ਕਰਨ ਵਾਲੇ ਕਦਮ ਚੁੱਕੋ। ਜ਼ਾਹਿਰ ਹੈ ਕਿ ਵਰਸਟ ਸਿਨੈਰੀਓ 'ਚ ਉਹਨਾਂ ਦੀ ਨੌਕਰੀ ਜਾ ਸਕਦੀ ਹੈ, ਪਰ ਮੈਂ ਸਮਝਦਾ ਹਾਂ ਵੀ ਸਿੱਖ ਕੌਮ ਨੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਿਨ੍ਹਾਂ ਨੇ ਨੌਕਰੀਆਂ ਨੂੰ ਠੁੱਡ ਮਾਰ ਕੇ ਗੁਰੂ ਪੰਥ ਦੇ ਨਾਲ ਵਫਾ ਨਿਭਾਈ ਹੈ ਔਰ ਪੰਥ ਦੇ ਲਈ ਆਵਾਜ਼ ਬੁਲੰਦ ਕੀਤੀ ਹੈ, ਚੁੱਕੀ ਹੈ। ਉਹਨਾਂ ਦੀ ਇੱਕ ਲੰਬੀ ਫਰਿਸ਼ਤ ਹੈ। ਔਰ ਮੈਂ ਸਮਝਦਾ ਵੀ ਗਿਆਨੀ ਹਰਪ੍ਰੀਤ ਸਿੰਘ ਬੇਸ਼ੱਕ ਉਹਨਾਂ ਨੂੰ ਅਪਾਇੰਟ ਉਹਨਾਂ ਨੇ ਕੀਤਾ, ਬਾਦਲ ਕਿਆਂ ਨੇ ਜਿਹੜੇ ਖੁਦ ਵੀ ਪਿੰਜਰੇ 'ਚ ਰਹਿਣਾ ਪਸੰਦ ਕਰਦੇ ਨੇ, ਉਹਨਾਂ 'ਚੋਂ ਮਫਾਦ ਨਿਕਲਦਾ ਹੈ। ਹੁਣ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਜਦੋਂ ਇਹਨਾਂ ਦੀ ਇਕਲੌਤੀ ਮਾਈ ਬੀਬੀ ਹਰਸਿਮਰਨ ਕੌਰ ਜਿਸਤੀਆਂ ਦੀ ਵਜ਼ੀਰੀ ਖਤਰੇ 'ਚ ਹੋ ਸਕਦੀ ਹੈ, ਜਿਵੇਂ ਦਾ ਰਿਸਪੌਂਸ ਜਿਹੜੇ ਦੋਨੋਂ ਪਾਰਟੀਆਂ ਨੇ ਕਾਂਗਰਸ ਔਰ ਬੀਜੇਪੀ ਦਾ ਗੌਰਵ ਆਰੀਆ ਉਹਦਾ ਟਵੀਟ ਮੈਂ ਡਿਸਕਸ ਕਰਾਂਗਾ, ਔਰ ਇਸੇ ਤਰ੍ਹਾਂ ਸਿੰਘ ਵੀ ਜਿਹੜਾ ਕਾਂਗਰਸ ਦਾ ਹੈ। ਜ਼ਾਹਰ ਹੈ ਕਿ ਇਹ ਹਿੰਦੂਤਵਾਦੀਆਂ A ਤੇ B ਟੀਮਾਂ, ਲੇਕਿਨ ਇਹ ਆਉਣ ਵਾਲੇ ਦਿਨਾਂ 'ਚ ਪ੍ਰੈਸ਼ਰ ਆਏਗਾ। ਹੋ ਸਕਦਾ ਹੈ ਬਾਦਲ ਐਂਡ ਕੰਪਨੀ ਡਿਸਾਈਡ ਕਰਨ ਕਿ ਭਾਈ ਇਹ ਜਿਹੜਾ ਹੈ ਜੇ ਹੁਣ ਇਸ ਮੌਕੇ ਤੇ ਅਸਤੀਫਾ ਵੀ ਉਹ ਦੇ ਦੇ ਔਰ ਆਉਣ ਵਾਲੇ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਉਹਨਾਂ ਦਾ ਰਾਹ ਖੁੱਲ ਜਾਏ। ਇਹਨਾਂ ਨੇ ਛੱਡਣਾ ਨਹੀਂ ਹੈ ਸੌਖਾ RSS BJP ਨੂੰ। ਉਹਨਾਂ ਨੇ ਵੀ ਟ੍ਰਾਇਲ ਬੈਲੂਨ ਵੱਧ ਤੋਂ ਵੱਧ ਹੋਏਗਾ ਤੇ ਇਹ ਕੁਰਬਾਨੀ ਦਾ ਬੱਕਰਾ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਬਣਾਇਆ ਇਹਦੀ ਬਲੀ ਦੇ ਦੇਣਗੇ, ਕਹਿਣਗੇ ਜੀ ਨਹੀਂ ਇਹ ਫਲਾਣਾ ਹੋਇਆ। ਤੇ ਜੇ ਉਹਨਾਂ ਨੂੰ ਲੱਗਾ ਕਿ ਭਾਈ ਠੀਕ ਹੈ ਇਹਦੇ ਨਾਲ, ਉਹ ਵੀ ਦੇਖ ਰਹੇ ਨੇ ਕਿ ਸਿੱਖਾਂ ਦੇ ਵਿੱਚ ਕੀ ਇਹਦਾ ਰਿਐਕਸ਼ਨ ਹੈ। ਔਰ ਮੈਂ ਸਮਝਦਾ ਕਿ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਗੱਲ ਨੇ ਇੱਕ ਵੱਡਾ ਫਲਿੱਪ ਦਿੱਤਾ ਹੈ ਸਾਰੀ ਗੱਲ ਨੂੰ। ਅੱਜ ਹੀ ਸਵੇਰੇ ਇਸਲਾਮਾਬਾਦ ਤੋਂ ਇੱਕ ਮੀਡੀਆ ਚੈਨਲ ਦੇ ਨਾਲ ਮੈਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ, ਔਰ ਜ਼ਾਹਰ ਹੈ ਕਿ ਬਹੁਤ ਵਾਰ ਜਿਹੜਾ ਜਿੰਨਾ ਪ੍ਰਚਾਰ ਉੱਥੇ ਮੀਡੀਆ ਕਰਦਾ ਉਸ ਦਾ ਪ੍ਰਭਾਵ ਸਾਡੇ ਪਾਕਿਸਤਾਨੀ ਖਾਸ ਤੌਰ ਤੇ ਮੀਡੀਆ ਦੇ ਲੋਕ ਜਾਂ ਸਿਆਸੀ ਲੋਕ ਵੀ ਕਬੂਲਦੇ ਨੇ, ਜਿਹੜੇ ਅਕਸਰ ਇਹ ਕਹਿਣਗੇ, ਉਹ ਤੇ ਕਈ ਵਾਰ ਦਰਸ਼ਕ ਵੀ ਕਹਿਣਗੇ ਕਿ ਜੀ ਕਸ਼ਮੀਰ ਦੇ ਵਿੱਚ ਮੂਵਮੈਂਟ ਚੱਲ ਰਹੀ ਹੈ, ਇੱਥੇ ਬਾਹਰ ਠੀਕ ਹੈ ਖਾਲਿਸਤਾਨ ਦੀ ਗੱਲ ਹੈ, ਪੰਜਾਬ 'ਚ ਤਾਂ ਕੋਈ ਕਹਿੰਦਾ ਨਹੀਂ ਹੈ। ਪਰ ਮੈਂ ਸਮਝਦਾ ਵੀ ਇਸ ਵਾਰ ਇਸ ਘੱਲੂਘਾਰਾ ਹਫ਼ਤੇ ਨੇ ਇਹ ਦੱਸ ਦਿੱਤਾ ਕਿ ਭਾਈ ਜੇ ਈਵਨ ਉਹਨਾਂ ਦਾ ਅਪਾਇੰਟਡ ਜਥੇਦਾਰ ਵੀ ਜਿਹੜਾ ਆਲਰੇਡੀ BJP ਦੇ ਨਾਲ ਅਲਾਈਅੰਸ 'ਚ ਹੈ, ਜਿਹੜੀ ਪਾਰਟੀ ਜਿਨ੍ਹਾਂ ਦੀ ਵਜ਼ੀਰ ਹੈ ਸੈਂਟਰਲ ਕੈਬਨਿਟ, ਉਹ ਇਹ ਕਹਿੰਦਾ ਕਿ ਦੁਨੀਆ 'ਚ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ। ਪੰਜਾਬ 'ਚ ਬਹਿ ਕੇ ਬਾਕੀ ਜਿਹੜੇ ਸਾਰੇ ਸੈਂਕੜੇ ਐਕਟਿਵਿਸਟ ਨਿਕਲੇ ਆਏ, ਸਾਰੀਆਂ ਔਕੜਾਂ ਦੂਰ ਕਰਕੇ ਜਿਹੜੇ ਨੇ ਉਹ ਦਰਬਾਰ ਸਾਹਿਬ ਜਾਣ ਦੇ ਲਈ, ਲੇਕਿਨ ਜਿਵੇਂ ਉਹਨਾਂ ਨੂੰ ਵੀ ਰੋਕਿਆ ਗਿਆ, ਇਹ ਅਹਿਸਾਸ ਸਿੱਖਾਂ ਨੂੰ ਵੀ ਜਿਹੜੇ ਕੁਝ ਬੇਸ਼ੱਕ ਸਿਆਸਤ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਚਾਹੁੰਦੇ, ਪਰ ਜ਼ਾਹਿਰ ਹੈ ਹਰ ਸਿੱਖ ਦਰਬਾਰ ਸਾਹਿਬ ਤਾਂ ਸਾਡਾ ਦਿਲ ਹੈ, ਉਸ ਦੇ ਨਾਲ ਜੋ ਕੁਝ ਇਸ ਵਾਰ ਉਹਨਾਂ ਨੇ ਕੀਤਾ ਜਿਵੇਂ ਪੁਲਿਸ ਨੇ ਔਰ ਜਿਸ ਕਿਸਮ ਦਾ ਇਹ ਸਾਰਾ ਵਰਤਾਰਾ ਕੀਤਾ ਗਿਆ। ਸੋ ਮੈਂ ਸਮਝਦਾ, ਔਰ ਇਹੀ ਗੱਲ ਮੈਂ ਉਸ ਮੀਡੀਆ ਇੰਟਰਵਿਊ ਦੇ ਵਿੱਚ ਵੀ ਕਹੀ ਕਿ ਭਾਈ ਇਹ ਪਹਿਲੀ ਵਾਰ ਜਿਹੜਾ ਬਹੁਤਿਆਂ ਨੂੰ ਹੁਣੇ ਲੱਗਦਾ ਹੈ ਕਿ ਵੀ ਇਹ ਹਰ ਸਿੱਖ ਦੇ ਦਿਲ 'ਚ ਸੀ। ਅਸੀਂ ਤਾਂ 2 ਵੇਲੇ ਦੀ ਅਰਦਾਸ 'ਚ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ, ਔਰ ਸਾਡੀ ਖਾਲਿਸਤਾਨ ਦੀ ਤਹਿਰੀਕ ਦੇ ਇੱਕ ਥੰਮ ਜਿਨ੍ਹਾਂ ਦੀ ਇੱਕ ਨਜ਼ਮ ਵੀ 5 ਤੀਰ ਹੋਰ ਅਸੀਂ ਸ਼ੇਅਰ ਕੀਤੀ ਸੀ ਘੱਲੂਘਾਰਾ ਮੌਕੇ ਤੇ, ਔਰ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀ ਬਾਕੀਆਂ ਦੇ ਨਾਲ ਉਹਨਾਂ ਨੇ ਵੀ ਅੱਜ ਟਵੀਟ ਕੀਤਾ
ਔਰ ਉਹਨਾਂ ਨੇ ਕਿਹਾ ਕਿ ਵੀ ਅਕਾਲ ਤਖਤ ਦੇ ਜਥੇਦਾਰ ਨੇ 6 ਜੂਨ ਨੂੰ ਸਿੱਖ ਹਿਰਦਿਆਂ ਦੀ ਤਰਜਮਾਨੀ ਕੀਤੀ। ਔਰ ਉਹਨਾਂ ਨੇ ਵੀ ਕਿਹਾ ਵੀ ਠੀਕ ਹੈ, ਕਿਹਦੇ ਕਹਿਣ ਤੇ ਕੀਤਾ ਨਹੀਂ ਕੀਤਾ, ਇਹਦੇ ਸਿਆਸੀ ਇਫੈਕਟ ਕੀ ਹੋਣਗੇ, ਕੌਣ ਕਿੰਨਾ ਖਲੋਏਗਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਸਿੱਖ ਦਿਲਾਂ ਦੀ ਜਿਹੜੀ ਸਾਡੇ ਅੰਦਰ ਜਿਹੜੀ ਗੱਲ ਇਹੀ ਨਹੀਂ ਕਿ ਭਾਈ 36 ਸਾਲ ਜੇ ਪਹਿਲਾਂ ਅਸੀਂ ਤਾਂ ਬੋਰਨ ਜਿਹੜੇ ਆ ਉਹ ਪਾਤਸ਼ਾਹ ਜਿਹੜੇ ਜਦੋਂ ਖਾਲਸੇ ਦੀ ਸੋਵਰਨਿਟੀ ਦੀ ਗੱਲ ਹੈ ਤੇ ਇਹ ਜਿਹੜਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾਂਗੇ ਅਸੀਂ, ਸਾਨੂੰ ਤਾਂ ਗੁਰੂ ਨੇ ਪਾਤਸ਼ਾਹਤ ਸੋਵਰਨਿਟੀ ਦਿੱਤੀ ਹੋਈ ਹੈ। इन गरीब सिखन को देऊं पातशाही ये याद रखें हमारी गुरियाई। सानू किसे तो सर्टिफिकेट लैंड दी लोड़ नहीं है, लेकिन जून 84 वो फाइनल वाटरशेड है जदों सिखां ने ऐलान किया उस अकाल तख्त दे खंडरात दे उत्ते बैठ के इकट्ठे होके कि भाई नो मोर विद इंडिया, साडा हुण अपना मुल्क है और असीं खालिस्तान दा ऐलाननामा करके उन्होंने इस ਇੱਕਦਮ ਕਲੀਅਰ, ਕਿਉਂਕਿ ਜੂਨ 84 ਤੋਂ ਪਹਿਲਾਂ ਤੱਕ ਮੰਗ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਸੀ ਜਿਹਦੇ ਲਈ ਧਰਮ ਯੁੱਧ ਮੋਰਚਾ ਲੱਗਾ ਜਿਹੜਾ ਟਰੂ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ। ਸੋ ਜ਼ਾਹਰ ਹੈ ਕਿ ਭਾਈ ਗਜਿੰਦਰ ਸਿੰਘ ਹੋਰਾਂ ਨੇ ਇਸ ਦੇ ਨਾਲ ਇਹ ਮੈਸੇਜ ਕਿ ਭਾਈ ਉਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਭਾਈ ਜਿੱਥੋਂ ਕਦੇ ਉਹਨਾਂ ਨੇ ਸਟਰਗਲ ਸ਼ੁਰੂ ਕੀਤੀ ਸੀ ਜਦੋਂ ਕਿ ਕੋਈ ਬਹੁਤੇ ਬਾਹਰ ਨਹੀਂ ਸਨ, ਚੰਦ ਨੌਜਵਾਨ ਇਹ ਸੋਚਦੇ ਸੀ ਕਿਵੇਂ ਹੋਏਗਾ, ਜਿਵੇਂ ਪਾਕਿਸਤਾਨ ਲਫ਼ਜ਼ ਜਿਹਨੇ ਕਾਇਮ ਕੀਤਾ ਕੈਂਬਰਿਜ ਯੂਨੀਵਰਸਿਟੀ ਆਕਸਫੋਰਡ ਜਾਂ ਕੈਂਬਰਿਜ ਦਾ ਸਟੂਡੈਂਟ ਰਹਿਮਤ ਅਲੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਗੁਜਰਾਂ ਦਾ ਮੁੰਡਾ ਜਿਹਨੇ ਜਦੋਂ ਇਹ ਲਫ਼ਜ਼ ਕਾਇਮ ਕੀਤਾ, ਜ਼ਾਹਰ ਹੈ ਉਦੋਂ ਜਿਹੜੇ ਭਾਰਤ ਵਿਚਲੇ ਮੁਸਲਮਾਨ ਸੀ ਉਹਨਾਂ ਦੇ ਲੀਡਰ ਸੀ ਕਾਂਗਰਸ ਦੇ ਨਾਲ ਰਲੇ ਹੋਏ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਉਦੋਂ ਅਜੇ ਪਾਕਿਸਤਾਨ ਦਾ ਕਨਸੈਪਟ ਨਹੀਂ ਸੀ ਜਦੋਂ ਇਹ ਲਫ਼ਜ਼ ਆਇਆ। ਔਰ ਜਦੋਂ ਉਹਨੇ ਮੰਗ ਕੀਤੀ ਈਵਨ ਮੈਚੁਰ ਲੀਡਰਸ ਦਾ ਕਹਿਣਾ ਸੀ ਕਿ ਦਿਸ ਇਜ਼ ਅ ਕਿਡ ਸਟਫ, ਇਹ ਨਿਆਣਿਆਂ ਦੀਆਂ ਗੱਲਾਂ ਨੇ। ਲੇਕਿਨ ਇੱਕ ਵਕਤ ਇਹ ਆਇਆ ਕਿ ਉਹੀ ਲੀਡਰਸ਼ਿਪ ਫਿਰ ਜਿਹੜੀ ਹੈ ਉਹਨੇ ਲੀਡਰਸ਼ਿਪ ਪ੍ਰੋਵਾਈਡ ਕੀਤੀ ਪਾਕਿਸਤਾਨ ਬਣਾਉਣ ਦੇ ਲਈ। ਸੋ ਮੈਂ ਸਮਝਦਾ ਵੀ ਘੱਟੋ ਘੱਟ ਜੇ ਅੱਜ ਇਹਨਾਂ ਦੇ ਅਪਾਇੰਟਡ ਜਥੇਦਾਰ ਵੀ ਇਹ ਕਹਿੰਦੇ ਨੇ ਕਿ ਭਾਈ ਇਹ ਦੁਨੀਆ 'ਚ ਹਰ ਸਿੱਖ ਇਹ ਚਾਹੁੰਦਾ ਹੈ ਔਰ ਆਰਮਡ ਸਟਰਗਲ ਸਾਡਾ ਹੱਕ ਹੈ ਕਿਉਂਕਿ ਬਾਕੀ ਸਾਰੇ ਪੀਸਫੁਲ ਤਰੀਕੇ ਜਿਹੜੇ ਨੇ ਉਹ ਅਜਮਾ ਲਏ ਸੀ। ਸੋ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਗੱਲ ਹੈ, ਇਹ ਖਾਲਿਸਤਾਨ ਦੀ ਸਟਰਗਲ ਦੀ ਜਸਟੀਫਿਕੇਸ਼ਨ ਵੀ ਹੈ ਔਰ ਉਹਨਾਂ ਦਾ ਵੀ ਮੂੰਹ ਬੰਦ ਹੁੰਦਾ ਜਿਹੜੇ ਕਹਿੰਦੇ ਨੇ ਕਿ ਭਾਈ ਇਹ ਇੱਥੇ ਕੋਈ ਖਾਲਿਸਤਾਨ ਨਹੀਂ ਮੰਗਦਾ। ਔਰ ਜ਼ਾਹਰ ਹੈ ਸਾਡੇ ਚੋਂ ਬਹੁਤ ਸਾਰਿਆਂ ਨੂੰ ਸ਼ਾਇਦ ਅਜੇ ਅਸੀਂ ਬਾਦਲ ਫੌਰ ਜਾਂ ਅਗੇਂਸਟ ਇਸ ਡਿਬੇਟ 'ਚ ਫਸ ਜਾਈਏ, ਪਰ ਸਾਡੇ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਇਸ ਗੱਲ ਦੀ ਸਮਝ ਹੈ ਕਿ ਇਹ ਲੜਾਈ ਹੁਣ ਕਿਸ ਪੜਾਅ ਤੇ ਹੋ ਚੁੱਕੀ ਹੈ। ਇਸ ਵਾਰ ਬੇਸ਼ੱਕ ਉਹਨਾਂ ਨੇ ਦਰਬਾਰ ਸਾਹਿਬ ਜਾਣ ਤੋਂ ਤਾਂ ਰੋਕਿਆ ਹੀ ਰੋਕਿਆ, ਪਰ ਇੱਕ ਬਹੁਤ ਵੱਡਾ ਹਮਲਾ ਉਹਨਾਂ ਨੇ ਕੀਤਾ। ਔਰ ਅੱਜ ਦੀ ਇਸ ਜਦੋਂ ਅਸੀਂ ਵਕਤ ਦੇ ਦੌਰ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਾਵਰਫੁਲ ਵੈਪਨ ਹੈ, ਸਭ ਤੋਂ ਤਾਕਤਵਰ ਹਥਿਆਰ ਹੈ, ਉਹ ਹੈ ਮੀਡੀਆ, ਇਨਫੋਰਮੇਸ਼ਨ, ਇੰਟੈਲੀਜੈਂਸ, ਸੋਸ਼ਲ ਮੀਡੀਆ। ਔਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਦੌਰ 'ਚ ਜਿਹੜੀ ਤਬਦੀਲੀ ਖਾਸ ਤੌਰ ਤੇ ਸਾਡੀ 3rd ਜਨਰੇਸ਼ਨ ਇਸ ਸਾਰੇ ਦੇ ਨਾਲ ਆ ਕੇ ਲੱਗੀ, ਉਹਦੇ 'ਚ ਸੋਸ਼ਲ ਮੀਡੀਆ ਨੇ ਔਰ ਇਲੈਕਟ੍ਰੋਨਿਕ ਮੀਡੀਆ ਬਾਹਰ ਜਿਹੜਾ ਸਿੱਖਾਂ ਨੇ ਆਪਣੇ ਬਲਬੂਤੇ ਤੇ ਕਿਸੇ ਦੀ ਮਦਦ ਨਾਲ ਨਹੀਂ ਖੜਾ ਕੀਤਾ। ਅਸੀਂ ਹੰਬਲੀ ਇਹ ਸਮਝਦੇ ਹਾਂ ਕਿ ਪਿਛਲੇ ਆਲਮੋਸਟ 8 ਸਾਲ ਦੇ ਜ਼ਿਆਦਾ ਸਮੇਂ ਤੋਂ TV 84 ਨੇ ਆਪਣਾ ਇੱਕ ਜਿੰਨਾ ਕੁ ਅਸੀਂ ਆਪਣੀ ਸਮਰੱਥਾ ਆਪਣੀ ਯੋਗਤਾ ਮੁਤਾਬਕ ਰੋਲ ਅਦਾ ਕਰ ਸਕਦੇ ਸੀ ਉਹ ਕੀਤਾ। ਇਸੇ ਤਰ੍ਹਾਂ ਬੇਸ਼ੱਕ ਦੂਸਰੇ ਚੈਨਲ ਇੰਗਲੈਂਡ ਤੋਂ ਜਿਵੇਂ ਅਸੀਂ KTV ਦਾ ਜ਼ਿਕਰ ਕਰਦੇ ਹਾਂ ਜਾਂ ਕਾਊਂਟਰ ਕਰੰਟ ਪਬਲਿਕੇਸ਼ਨ ਹੈ, ਸਿੱਖ ਸਿਆਸਤ ਵੈਬਸਾਈਟ ਜਿਹੜਾ ਸੱਚਮੁੱਚ ਸਿੱਖ ਸਿਆਸਤ ਦਾ ਜਿਹੜਾ ਪੋਰਟਲ ਹੈ ਇੱਕ ਕ੍ਰੈਡੀਬਲ ਪੋਰਟਲ ਹੈ ਔਰ ਉਹਨਾਂ ਨੇ ਜਿੱਥੇ ਡਾਇਲੌਗ ਸੰਵਾਦ ਨੂੰ ਐਨਕਰੇਜ ਕੀਤਾ ਉੱਥੇ ਵਕਤਨ ਬਾ ਵਕਤਨ ਜਿਹੜਾ ਉਹਨਾਂ ਨੇ ਇਨਵੈਸਟੀਗੇਟਿਵ ਸਟੋਰੀਜ਼ ਵੀ ਕੀਤੀਆਂ ਨੇ। ਔਰ ਇਸੇ ਤਰ੍ਹਾਂ ਅਕਾਲ ਚੈਨਲ, ਹਾਲਾਂ ਮੈਂ ਉਹਨੂੰ ਬਹੁਤਾ ਫੋਲੋ ਨਹੀਂ ਕੀਤਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡੀ ਗਿਣਤੀ 'ਚ ਉਹਨਾਂ ਦੀ ਵਿਊਅਰਸ਼ਿਪ, ਉਹਨਾਂ ਦੀ YouTube ਤੇ ਪ੍ਰੈਜ਼ੈਂਸ, ਉਹਨਾਂ ਦੀ ਪੰਜਾਬ ਦੇ ਵਿੱਚ ਸਾਰੇ ਦੌਰ 'ਚ ਰਹੀ ਹੈ। ਇਸੇ ਤਰ੍ਹਾਂ ਕੁਝ ਲਿੰਕ ਜਿਹੜੇ ਕਿ
ਪ੍ਰਿੰਟ ਜਾਂ ਵਾਇਰ ਵਾਲਿਆਂ ਦੀ ਮਜਬੂਰੀ ਰਹੀ ਉਹਨਾਂ ਦੀ ਛਾਪਣ ਦੀ। ਔਰ ਜਿਹੜਾ ਇਸ ਵਾਰ ਭਾਰਤੀ ਹਕੂਮਤ ਨੇ ਸਭ ਤੋਂ ਖਤਰਨਾਕ ਹਮਲਾ ਕੀਤਾ ਹੈ, ਠੀਕ ਜਿਹੜਾ 3-4 ਦਿਨਾਂ 'ਚ ਹੁਣ ਇਸ ਸਾਰੇ ਦਾ ਚਿਹਰਾ ਮੋਹਰਾ ਸਾਹਮਣੇ ਆ ਗਿਆ ਕਿ ਇਹ ਸਾਰੀਆਂ ਹੀ ਪਬਲੀਕੇਸ਼ਨਸ ਜਿਹੜੀਆਂ ਸਿੱਖ ਸਿਆਸਤ ਮੁੱਖ ਤੌਰ ਤੇ ਆ, ਉਹਨਾਂ ਦੇ ਤੁਸੀਂ ਵੈਬ ਪੇਜ ਨੂੰ ਉੱਥੇ ਵਿਦਨ ਇੰਡੀਆ ਐਕਸੈਸ ਨਹੀਂ ਕਰ ਸਕਦੇ। TV 84 ਚੈਨਲ ਫੇਸਬੁੱਕ ਤੋਂ YouTube ਤੋਂ ਗਾਇਬ ਕਰ ਦਿੱਤਾ ਗਿਆ ਹੈ, ਪਾਸਟ ਵੀਡੀਓਜ਼ ਤੱਕ ਵੀ ਐਕਸੈਸ ਨਹੀਂ ਹੈ। ਇਸੇ ਤਰ੍ਹਾਂ ਅਕਾਲ ਚੈਨਲ ਔਰ KTV ਇਸ ਦੇ ਉੱਤੇ ਵੀ ਇਹ ਵੀ ਬੈਨ ਹੈ। ਔਰ ਇਸ ਉਹ ਲਿੰਕ ਵੀ ਜਿਹੜੇ ਵਾਇਰ ਦੇ ਨੇ। ਔਰ ਕਾਊਂਟਰ ਕਰੰਟਸ ਜਿਹੜੀ ਪਬਲੀਕੇਸ਼ਨ ਦੇ ਵਿੱਚ ਇੰਟਰਵਿਊ ਜਿਹੜੇ ਸ਼ਾਇਦ ਜਸਪਾਲ ਸਿੰਘ ਸਿੱਧੂ ਰਨ ਕਰਦੇ ਨੇ, ਇਹ ਟੋਟਲ। ਔਰ ਮੈਂ ਦੇਖ ਰਿਹਾ ਕਿ ਇਸ ਗੱਲ ਨੂੰ ਹੁਣ ਆਲਮੋਸਟ ਦੂਸਰਾ ਤੀਸਰਾ ਦਿਨ ਹੋ ਗਿਆ, ਵਿੱਚ ਸੰਡੇ ਆ ਗਿਆ ਸੀ, ਕਿ ਇਹਨਾਂ ਦਾ ਐਡੀਟਰਸ ਗਿਲਡ ਕੀ ਕਹਿੰਦਾ ਹੈ, ਇਹਨਾਂ ਦੇ ਖੱਬੇ ਪੱਖੀ ਜਾਂ ਦੂਜੇ ਜਿਹੜੇ ਅਦਰਵਾਈਜ਼ ਰੌਲਾ ਪਾਉਂਦੇ ਨੇ ਫਰੀडम ਆਫ ਪ੍ਰੈਸ ਔਰ ਦੂਜੇ, ਅਜੇ ਤੱਕ ਮੈਂ ਕਿਸੇ ਦੀ ਸਟੇਟਮੈਂਟ ਨਹੀਂ ਦੇਖੀ ਹੈ ਕਿ ਕਿਸੇ ਨੇ ਕਿਹਾ ਹੋਏ ਕਿ ਭਾਈ ਈਵਨ ਇਹਨਾਂ ਬਾਦਲ ਕਿਹਾ ਦੇ ਵੀ ਉਹ ਤਾਂ ਆਪਣੇ ਅਜੇ ਸ਼ੈਲ ਦੇ ਵਿੱਚ ਫਸੇ ਹੋਏ ਨੇ ਕਿ ਜੀ ਇਹ ਜਥੇਦਾਰ ਨੇ ਤੋਂ ਜੋ ਉਹਨਾਂ ਨੇ ਕਿਹਾ ਉਹਦਾ ਕੀ ਐਕਸ਼ਨ ਰਿਐਕਸ਼ਨ ਹੋਏਗਾ। ਲੇਕਿਨ ਜਿਵੇਂ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਖਤਰਨਾਕ ਹਮਲਾ ਹੈ ਮੀਡੀਆ ਦੀ ਆਜ਼ਾਦੀ ਦੇ ਉੱਤੇ, ਮੀਡੀਆ ਤੇ। ਔਰ ਅਸੀਂ ਇਨ ਟੱਚ ਹੈ ਦੂਸਰੇ ਚੈਨਲਸ ਔਰ ਵੈਬਸਾਈਟਸ ਨਾਲ ਵੀ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਹਨੂੰ ਅਸੀਂ ਕਿਵੇਂ ਇੱਕ ਕੌਮਾਂਤਰੀ ਕੈਂਪੇਨ, ਇੰਟਰਨੈਸ਼ਨਲ ਕੈਂਪੇਨ ਦੇ ਰੂਪ ਦੇ ਵਿੱਚ ਦੇਖੀਏ। ਔਰ ਅਸੀਂ ਇਹ ਖੱਬੇ ਪੱਖੀ, ਇਹ ਸੈਕੂਲਰ, ਇਹ ਦੂਜੇ ਤੀਜੇ, ਇਹਨਾਂ ਵੱਲ ਵੀ ਦੇਖਾਂਗੇ ਕਿ ਕੀ ਕਹਿੰਦੇ ਨੇ। ਹਾਲਾਂ ਵਿਨੋਦ ਦੂਆ ਜਿਹੜੇ ਕਦੇ ਟ੍ਰਿਬਿਊਨ ਦੇ ਵੀ ਜਿਹੜੇ ਨੇ ਐਡੀਟਰ ਇਨ ਚੀਫ ਰਹੇ, ਹੁਣ ਉਹ ਆਪਣਾ ਚੈਨਲ ਰਨ ਕਰਦੇ ਨੇ। ਕਾਂਗਰਸ ਵੱਲ ਦੀ ਲੀਨਿੰਗ ਹੈ, ਪਰ ਕਿਉਂਕਿ ਕ੍ਰਿਟਿਕ ਨੇ ਹਿੰਦੂਤਵੀਆਂ ਦੇ, ਪਿਛਲੇ ਦਿਨਾਂ ਦਿੱਲੀ ਪੁਲਿਸ ਨੇ BJP ਦਾ ਇੱਕ ਸਪੋਕਸਪਰਸਨ ਦੇ ਕਹਿਣ ਤੇ ਕੇਸ ਰਜਿਸਟਰ ਕੀਤਾ ਉਹਨਾਂ ਦੇ ਖਿਲਾਫ। ਔਰ ਫੋਰਨ ਐਡੀਟਰ ਗਿਲਡ ਦੀ ਸਟੇਟਮੈਂਟ ਆ ਗਈ ਕਿ ਜੀ ਇਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ, ਹਰਾਸ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਹੋਰ ਵੀ ਇਹਦੇ ਤੇ ਆਣਗੇ। ਅਸੀਂ ਸਮਝਦੇ ਹਾਂ ਕਿ ਹੁਣ ਇਹਨਾਂ ਸਾਰਿਆਂ ਦਾ ਜਿਹੜੇ ਅਦਰਵਾਈਜ਼ ਕ੍ਰਿਟਿਕ ਨੇ ਹਿੰਦੂਤਵੀਆਂ ਦੇ, ਪਰ ਅਸੀਂ ਇੱਕ ਸਿੱਖ ਟੈਸਟ ਵੀ ਲਾ ਕੇ ਹੁਣ ਦੇਖਣਾ ਕਿ ਭਾਈ ਇਹਨਾਂ ਚੋਂ ਕਿੰਨੇ ਕੇ ਆਵਾਜ਼ ਚੁੱਕਦੇ ਨੇ, ਕਿੰਨੇ ਕਿਸ ਗੱਲ ਦੇ ਉੱਤੇ ਆ ਕੇ ਜਿਹੜਾ ਉਹ ਫੋਕਸ ਕਰਦੇ ਨੇ ਕਿ ਆ ਜਿਹੜੇ ਆਜ਼ਾਦੀ ਦੇ ਨਾਲ ਗੱਲ ਕਰਨ ਦੀ ਆਜ਼ਾਦੀ ਨੂੰ ਘੁੱਟਿਆ ਇਹਨਾਂ ਨੇ ਸਾਡੇ ਚੈਨਲਸ ਨੂੰ ਬੈਨ ਕਰਕੇ, ਇਹਨਾਂ ਨੂੰ ਕਿਵੇਂ ਖੋਲਦੇ ਨੇ। ਸੋ ਜ਼ਾਹਰ ਹੈ ਕਿ ਇਸ ਬਾਰੇ ਅਸੀਂ ਭੈਣ ਜੀ ਅਮਨਜੋਤ ਕੌਰ, ਸਾਡੇ ਜਿਹੜੇ ਬਹੁਤ ਹੀ ਪਿਆਰੇ, ਮੈਂ ਦਰਸ਼ਕ ਹੀ ਨਹੀਂ ਸਮਝਦਾ, ਸਾਡੇ ਰੀਸੋਰਸ ਵੀ ਨੇ। ਔਰ ਅੱਜ ਹੀ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਕਿੰਨੇ ਰਿਸਰਚ ਸਕਾਲਰ ਇਕੱਠੇ ਕਰੋ ਤੇ ਜਿਵੇਂ ਉਹ ਜਾਣਕਾਰੀ ਜਿਹੜੀ ਹੈ ਪੁਖਤਾ ਤੌਰ ਵਾਲੀ ਕਨਫਰਮ ਕਰਕੇ ਦਿੰਦੇ ਨੇ, ਸਾਡਾ ਕੰਮ ਵੀ ਸੌਖਾ ਹੁੰਦਾ ਹੈ। ਅਫਸੋਸ ਸਾਨੂੰ ਹੁਣ ਦੇਖ ਨਹੀਂ ਪਾਣਗੇ ਪੰਜਾਬ ਦੇ ਵਿੱਚ ਬੈਠੇ ਆ ਕਿਉਂਕਿ ਸਭ ਕੁਝ ਹੈ, ਪਰ ਉਹਨਾਂ ਨੇ ਇਸ ਪੀਰੀਅਡ ਪਿਛਲੇ 3-4 ਦਿਨਾਂ 'ਚ ਸਾਨੂੰ 7-8 ਈਮੇਲਸ ਲਿਖੀਆਂ ਨੇ ਵੇਰਵੇ ਨਾਲ, ਕੀ ਕਿੱਥੇ ਕੀ ਹੋਇਆ, ਕਿਵੇਂ ਉਹਨਾਂ ਨੇ ਯੂਪੀ ਦੇ ਵਿੱਚ ਵੀ ਇੱਕ ਜਿਹੜਾ ਮੁਸਲਮਾਨ ਨੌਜਵਾਨ ਨੂੰ ਚੁੱਕ ਕੇ ਉਹਨੂੰ ਸਿੱਖ ਦਹਿਸ਼ਤਗਰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਕਿਵੇਂ ਉਹਨਾਂ ਦਾ ਬਿਲਕੁਲ ਜ਼ਹਿਰ ਉਗਲਿਆ ਜਾ ਰਿਹਾ ਉਹਨਾਂ ਦੇ ਬਾਕੀ ਸਾਰਿਆਂ ਵੱਲੋਂ। ਔਰ ਇਹਦੇ 'ਚ ਜ਼ਾਹਰ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਿਹੜੇ ਨੇ, ਉਹਨਾਂ ਨੇ ਅਜੇ ਤੱਕ ਬੱਜ ਨਹੀਂ ਕੀਤਾ ਹੈ ਆਪਣੀ ਲਾਈਨ ਤੋਂ। ਜਦੋਂ ਉਹਨਾਂ ਨੂੰ ਕਿਸੇ ਨੇ, ਮੀਡੀਆ ਨੇ ਦੁਬਾਰਾ ਪੁੱਛਿਆ ਕਿ ਜੀ ਇਹ ਤੁਸੀਂ ਕੀ ਗੱਲ, ਔਰ BJP ਔਰ ਮਨਮੋਹਨ ਕਾਲੀਆ ਨੇ ਕਿਹਾ ਕਿ ਜੀ ਇਹ ਜਥੇਦਾਰ ਨੇ ਸਾਰੇ ਪੰਜਾਬੀਆਂ ਦੇ ਹਿਰਦੇ ਵਲੂੰਦਰ ਦਿੱਤੇ ਨੇ, ਜਿਹੜੇ ਉਹਨਾਂ ਦੇ ਟੁੱਚੇ MLA ਉਹ ਕਾਂਗਰਸ ਦੇ ਵੀ, BJP ਦੇ ਵੀ, ਔਰ ਉਹ ਜਿਹੜਾ ਬਿਲਕੁਲ ਕੀ ਹੈ ਉਹ ਸ਼ਰਾਬੀ ਉੱਥੋਂ ਸੰਗਰੂਰ ਤੋਂ ਭੰਡ ਭਗਵੰਤ ਮਾਨ, ਉਹ ਵੀ ਕਹਿ ਰਿਹਾ। ਹੁਣ ਸੁਖਬੀਰ ਬਾਦਲ ਦੱਸੇ ਕੀ ਕਰ ਰਹੇ। ਹੁਣ ਇਹ ਸਾਰੇ ਲੱਗੇ ਹੋਏ ਨੇ, ਪਰ ਜਥੇਦਾਰ ਨੇ ਬੜੀ ਸੋਹਣੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜੀ ਬਹੁਤ ਸਾਰੇ ਹਿੰਦੂ ਲੀਡਰ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਤੇ ਜੇ ਮੈਂ ਖਾਲਿਸਤਾਨ ਦੀ ਗੱਲ ਕਰ ਦਿੱਤੀ ਤੇ ਕਿਹੜੀ ਆਫਤ ਆ ਗਈ। ਬਿਲਕੁਲ ਠੀਕ ਹੈ ਕਿ ਵੀ ਜੇ ਇਸ ਮੁਲਕ 'ਚ ਹਿੰਦੂ ਰਾਸ਼ਟਰ ਦੀ ਗੱਲ ਹੋ ਸਕਦੀ ਹੈ, ਉਹ ਜੁਰਮ ਨਹੀਂ ਹੈ, ਤੇ ਸਿੱਖ ਆਪਣੇ ਨੇਸ਼ਨ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰ ਸਕਦੇ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਰਾ ਜਿਹੜਾ ਮਾਹੌਲ ਹੈ, ਇਸ ਨੇ ਇੱਕ ਸਿੱਖ ਕੌਮ ਦੇ ਅੰਦਰ ਇੱਕ ਪੋਜ਼ਿਟਿਵਿਟੀ ਦਾ ਮਾਹੌਲ ਬਣਾਇਆ। ਔਰ ਇਸ ਸਾਰੇ 'ਚ ਮੈਂ ਉਹਨਾਂ ਦੇ ਦੋਵਾਂ ਦੇ ਟਵੀਟ ਕੁਇਕਲੀ ਦੱਸ ਦੇਣਾ ਚਾਹੁੰਦਾ ਕਿ ਵੀ ਹਿੰਦੂ ਤਵੀਆਂ ਨੂੰ ਕਿੰਨੀ ਤਕਲੀਫ
ਇਸ ਸਾਰੇ ਨੇ ਦਿੱਤੀ ਹੈ। ਮੈਂ ਪੰਜਾਬ ਦੇ ਜਿਹੜੇ MLA ਨੇ ਉਹਨਾਂ ਤੇ ਵਕਤ ਜ਼ਾਇਆ ਨਹੀਂ ਕਰਾਂਗਾ, ਪਰ ਪਹਿਲਾਂ ਮੈਂ ਜਿਹੜਾ ਇਹਨਾਂ ਦਾ ਅਭਿਸ਼ੇਕ ਸਿੰਘ ਵੀ ਕਾਂਗਰਸ ਦਾ ਸਪੋਕਸਪਰਸਨ ਹੈ, ਉਹਨੇ ਕਿਹਾ 95% of Sikhs in India don't want Khalistan. The rest 5% are funded by a failed state called Pakistan, whose economy runs on creating instability in India. Our unity and secular credentials is our biggest strength, and that is enough to kill any feeble attempts to divide India. ਚਲੋ ਅਭਿਸ਼ੇਕ ਨੇ ਇਹ ਤਾਂ ਮੰਨਿਆ ਕਿ 5% ਸਿੱਖ ਚਾਹੁੰਦੇ ਨੇ, 5 ਬਹੁਤ ਹੁੰਦੇ ਨੇ। ਜੇ ਇਹ ਉਹਨਾਂ ਦਾ ਸਪੋਕਸਪਰਸਨ ਮੰਨ ਰਿਹਾ, ਹੋ ਸਕਦਾ ਇੰਟੈਲੀਜੈਂਸ ਰਿਪੋਰਟ, ਵੈਸੇ ਕਿਸੇ ਵੀ ਕੌਮ ਜਿਹੜੇ ਐਕਟਿਵਿਸਟ ਜੇ 5% ਹੋਣ, ਬਾਕੀ ਤਾਂ ਸ਼ਾਮਲ ਵਾਜੇ ਹੀ ਹੁੰਦੇ ਨੇ। ਤੁਸੀਂ ਬੈਂਡ ਜਿਹੜਾ ਹੈ 50 ਬੰਦਿਆਂ ਦਾ ਬੈਂਡ ਭਾਵੇਂ ਹੋਏ ਤੇ ਉਹ ਤੂਤਰੀ ਤੇ ਡਰਮ ਤੇ ਉਹੀ 4-5 ਹੁੰਦੇ ਨੇ, ਬਾਕੀ ਤਾਂ ਕਿਰਾਏ ਤੇ ਲੈ ਜਾਂਦੇ ਨੇ, ਵਰਦੀਆਂ ਪਵਾ ਦਿੰਦੇ ਨੇ ਉਹਨਾਂ ਨੂੰ, ਲੇਬਰ ਵਾਲੇ ਇਕੱਠੇ ਕੀਤੇ ਹੁੰਦੇ ਨੇ ਬਹੁਤ ਸਾਰੇ, ਹੁਣ ਉੱਥੇ ਦੇਖਣ ਚ ਆਉਂਦਾ ਹੈ। ਸੋ ਮਤਲਬ ਇਹ ਯਾਰ ਇਸੇ ਤਰ੍ਹਾਂ ਕਿਸੇ ਕੌਮ ਚ ਜੇ ਇੱਕ ਕਾਜ਼ ਨੂੰ ਉਸ ਘੁੱਟਣ ਵਾਲੇ ਮਾਹੌਲ ਚ, ਜ਼ੁਲਮ ਵਾਲੇ ਮਾਹੌਲ ਚ 5% ਸਿੱਖ ਇਹਦੇ ਕਹਿਣ ਮੁਤਾਬਕ ਝੰਡਾ ਬਰਦਾਰ ਨੇ, ਇਹ ਤਾਂ ਮੂਵਮੈਂਟ ਦੀ ਬਹੁਤ ਵੱਡੀ ਸਕਸੈਸ ਹੈ। ਫਿਰ ਜਿਵੇਂ ਇਹਨਾਂ ਦੀ ਕਬਜ਼ ਨਹੀਂ ਖੁੱਲਦੀ ਸਵੇਰੇ ਜਦੋਂ ਤੱਕ ਪਾਕਿਸਤਾਨ ਦਾ ਨਾਂ ਨਾ ਲੈਣ। ਭਾਈ ਫੇਲਡ ਸਟੇਟ ਜਿਹਨੂੰ ਤੁਸੀਂ 70-72 ਸਾਲ ਤੋਂ ਕਹਿ ਰਿਹਾ ਹੈ, ਔਰ ਹੁਣ ਇਹ ਤੁਸੀਂ ਦੇਖ ਲਓ ਕਿ ਭਾਈ ਜੇ ਤੁਹਾਡੇ ਕਹਿਣ ਨਾਲ ਉਹ ਕਹਿੰਦੇ ਨੇ ਵੀ ਜੇ ਕਾਵਾਂ ਦੀ ਚਾਹਨਾ ਨਾਲ ਝੋਟੇ ਮਰਦੇ ਹੋਣ ਤਾਂ ਫਿਰ ਕੋਈ ਝੋਟਾ ਨਾ ਰਹੇ, ਕਿ ਉਹ ਕਾਂ ਤਾਂ ਡੀਕਦੇ ਕਿ ਕਦੋਂ ਝੋਟਾ ਮਰੇ ਤੇ ਉਹ ਠੂੰਗੇ ਮਾਰ ਕੇ ਉਹਨੂੰ ਚੁੰਡੇ। ਸੋ ਇਵੇਂ ਨਹੀਂ ਹੁੰਦਾ, ਔਰ ਜ਼ਾਹਿਰ ਹੈ ਕਿ ਭਾਈ ਇਹ ਉਹਨਾਂ ਦੀ ਯੂਨਿਟੀ ਇੰਟੈਗਰਿਟੀ ਦੀ, ਪਰ ਇਹਨਾਂ ਦਾ ਮਜਬੂਰ ਹੋਣਾ ਇੱਕਦਮ ਬਾਅਦ ਇਹ ਕਰਨ ਦੇ ਲਈ ਇਹ ਦੱਸਦਾ ਵੀ ਕਿੰਨੇ ਬੰਦਲ ਗਏ ਨੇ। ਉਹ ਸਮਝਦੇ ਸੀ ਵੀ ਇਹ ਸਾਰੇ ਅਸੀਂ ਰੈਂਟਾ ਸਿੱਖ, ਬਾਦਲ ਐਂਡ ਅਮਰਿੰਦਰ ਐਂਡ ਮਨਜਿੰਦਰ ਸਿਰਸਾ ਬਰਾਂਡ ਇਕੱਠੇ ਕੀਤੇ ਹੋਏ ਨੇ ਔਰ ਇਹਨਾਂ ਦੀ ਅਸੀਂ ਆਵਾਜ਼ ਬੰਦ ਕੀਤੀ ਹੋਈ ਹੈ। ਹੁਣ ਉਹ ਦੂਸਰੇ ਨੂੰ ਦੇਖੋ ਜਿਹੜਾ ਫਰੋਡੀਆ ਲੰਮੀ ਮੁੱਛ ਰੱਖੀ ਹੁੰਦੀ ਹੈ, ਵੈਸੇ ਉਹਦੀਆਂ ਕਈ ਫੋਟੋਆਂ ਜਲਦੀ ਮੁੱਛ ਮੁੰਨੀ ਹੁੰਦੀ ਹੈ, ਉਹ ਕਹਿੰਦਾ ਵੀ ਚੀਨ ਵਾਲਿਆਂ ਨੇ ਮੁੰਨ ਦਿੱਤੀ ਹੈ, ਕਿਉਂਕਿ ਇਹ ਵੀ ਧਮਕੀਆਂ ਦੇਣ ਵਾਲਾ ਸੀ। ਮੇਜਰ ਗੌਰਵ ਆਰੀਆ ਇਹ ਕਹਿ ਰਿਹਾ ਇੰਟਰਸਟਿੰਗ ਆਰਟੀਕਲ on how Khalistanis protest racism by promoting a racist। ਹੁਣ ਇਹ ਇਸ ਦੇ ਉੱਤੇ ਹੈ ਕਿਉਂਕਿ ਜਿਹੜੇ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਰੇਸਿਜ਼ਮ ਦੇ ਖਿਲਾਫ, ਉਹਦੇ ਚ ਬਾਹਰਲੇ ਮੁਲਕਾਂ ਚ ਸਿੱਖ ਵੀ ਸ਼ਾਮਲ ਹੋਏ ਨੇ ਔਰ ਉਹ ਉਹਨਾਂ ਦੇ ਨਾਲ ਖਲੋਤੇ ਨੇ। ਸੋ ਉਹ ਇੱਕ ਆਰਟੀਕਲ ਦੇ ਉੱਤੇ ਕਮੈਂਟ ਕਰ ਰਿਹਾ ਕਿ ਦੇਖੋ ਜੀ ਇਹ ਇੱਕ ਰੇਸਿਸਟ ਨੂੰ, ਇਹ ਹੁਣ ਕਿਹਨੂੰ ਰੇਸਿਸਟ ਕਹਿ ਰਿਹਾ ਇਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ। They rightly protest the death of an African American, but when they support Bhindranwale, who was responsible for killing hundreds of Hindus and Sikhs in Punjab in the 80s, they expose themselves। ਹੁਣ ਇਹ ਭਿੰਡਰਾਂਵਾਲਿਆਂ ਨੂੰ ਰੇਸਿਸਟ ਕਹਿ ਰਿਹਾ, ਇਹ ਕਹਿ ਰਹੇ। ਔਰ ਦੇਖੋ 1.5 ਲੱਖ ਸਿੱਖ ਮੁੰਡਾ ਮਾਰਿਆ, ਉਹਨੂੰ ਹੰਡਰਡਸ ਕਹਿ ਰਿਹਾ ਤੇ ਉਹਨਾਂ 'ਚ ਵੀ ਹਿੰਦੂ ਵਿੱਚ ਵਾੜ ਰਿਹਾ, ਹਿੰਦੂਜ਼ ਐਂਡ ਸਿੱਖਸ ਹੰਡਰਡਸ ਆਫ। ਇਹ ਕਹਿ ਰਿਹਾ ਕਿ ਦੇਖੋ ਉਧਰ ਉਹ ਪ੍ਰਮੋਟ ਉਹਨੂੰ ਕਰ ਰਹੇ ਨੇ ਰੇਸਿਜ਼ਮ ਦੇ ਖਿਲਾਫ, ਔਰ ਇੱਧਰ ਦੇਖੋ ਪਿੰਡਰਾਂ ਵਾਲਿਆਂ ਨੂੰ। ਤੁਸੀਂ ਹੁਣ ਇਸ ਤੋਂ ਅੰਦਾਜ਼ਾ ਲਾਓ ਕਿ ਜਦੋਂ ਕਿੰਨੀ ਤਕਲੀਫ ਹੋਈ ਹੋਏਗੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪੁੱਛਿਆ ਕਿ ਜੀ ਸੰਤ ਪਿੰਡਰਾਂ ਵਾਲਿਆਂ ਨੇ ਕਿਹਾ ਸੀ ਜਦੋਂ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਤੁਹਾਡਾ ਕੀ ਖਿਆਲ? ਉਹਨਾਂ ਨੇ ਕਿਹਾ ਜੀ ਸੰਤਾਂ ਦੀ ਸੋਚ ਨੂੰ ਸੰਭਾਲਣ ਦੀ ਲੋੜ ਹੈ। ਹੁਣ ਇਹ ਉਹਨਾਂ ਨੂੰ ਰੈਟਲ ਕਰ ਰਿਹਾ ਹੈ ਕਿ ਬਈ ਜ਼ਾਹਰ ਹੈ ਕਿ ਪਿੰਡਾਂ ਵਾਲਿਆਂ ਦੀ ਤਾਂ ਫੋਟੋ ਤੋਂ ਉਹਨਾਂ ਨੂੰ ਖੌਫ ਸੀ ਤੇ ਅੱਜ ਉਹਨਾਂ ਦਾ ਹੀ ਨੈਟਵਰਕ ਦਾ ਬਣਾਇਆ, ਕਿਉਂਕਿ ਬੀਜੇਪੀ ਔਰ RSS ਨਾਲ ਹੀ ਅਲਾਈਅੰਸ ਬਾਦਲਾਂ ਨੇ ਕੀਤਾ ਹੋਇਆ। ਇਹ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਹੈ ਇਹ ਮਜਬੂਰੀ ਬਣੀ ਹੋਈ ਹੈ। ਔਰ ਇਸ ਸਾਰੇ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਹ ਸਾਡੀ ਸਟਰਗਲ ਦਾ ਇੱਕ ਮਾਈਲਸਟੋਨ ਹੈ। ਬਹੁਤ ਸਾਰੀ ਸਾਡੇ ਵੀਰ ਸੁਰਿੰਦਰ ਸਿੰਘ ਜੀ ਨੇ ਵੀ ਵਰਜੀਨੀਆ ਤੋਂ ਸਾਨੂੰ ਇਸ ਦੇ ਉੱਤੇ ਲਿਖਤ ਭੇਜੀ ਹੈ। ਅਸੀਂ ਆਉਣ ਵਾਲੇ ਦਿਨਾਂ 'ਚ ਇਸ ਟੌਪਿਕ ਨੂੰ ਕੰਟੀਨਿਊ ਕਰਾਂਗੇ। ਮੈਂ ਧਾਰੀਵਾਲ ਦੇਖ ਰਿਹਾ ਔਰ ਜਾਣ ਤੋਂ ਪਹਿਲਾਂ ਅਸੀਂ ਜਿਹੜੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਡਿਵੈਲਪਮੈਂਟਸ ਨੇ, ਸੋ ਜ਼ਾਹਰਾ ਤੌਰ ਤੇ ਖੁਸ਼ੀ ਦੀ ਗੱਲ ਹੈ ਕਿ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਨੇ ਐਲਾਨ ਕੀਤਾ ਹੈ ਕਿ ਪਿਛਲੇ 12 ਦਿਨਾਂ 'ਚ ਕੋਈ ਕੇਸ ਨਿਊਜ਼ੀਲੈਂਡ ਦੇ ਵਿੱਚ ਨਹੀਂ ਆਇਆ ਹਸਪਤਾਲ ਦੇ ਵਿੱਚ। ਔਰ ਉਹ ਜਿਹੜੀ ਕਿ ਇੱਕ ਬੜੀ ਪਪੂਲਰ ਲੀਡਰ ਬਣ ਕੇ ਉੱਭਰੀ ਹੈ, ਉਹ ਆਪਣੀ ਛੋਟੀ ਬੱਚੀ ਦੇ ਨਾਲ ਜਿਹੜੀ ਆ ਘਰ ਦੇ ਵਿੱਚ ਡਾਂਸ ਕਰ ਰਹੀ ਹੈ ਦੱਸਣ ਲਈ ਕਿ ਬਾਈ, ਔਰ ਉਹਨੂੰ ਇਸ ਵੇਲੇ ਕੋਰੋਨਾ ਨੂੰ ਕਾਬੂ ਕਰਨ ਦੇ ਮਾਮਲੇ 'ਚ ਨਿਊਜ਼ੀਲੈਂਡ ਨੂੰ ਔਰ ਉਹਦੇ 'ਚ ਵੀ ਉਸ ਬੀਬੀ ਦੀ ਲੀਡਰਸ਼ਿਪ ਨੂੰ
ਸਭ ਤੋਂ ਵੱਧ ਕ੍ਰੈਡਿਟ ਦਿੱਤਾ ਜਾ ਰਿਹਾ ਹੈ ਨਿਊਯਾਰਕ ਸਟੇਟ। ਆਪਣੇ ਇਸ ਦੀ ਗੱਲ ਕਰੀਏ ਕਿ ਇਹਦੇ ਬਾਵਜੂਦ ਕਿ ਨਿਊਯਾਰਕ ਐਪੀ ਸੈਂਟਰ ਬਣਿਆ ਦੁਨੀਆ 'ਚ, ਇੱਕ ਸਟੇਜ ਤੇ 4 ਲੱਖ ਪੋਜ਼ਿਟਿਵ ਕੇਸ ਨਿਊਯਾਰਕ ਦੇ ਵਿੱਚ ਸਨ। ਨਿਊਯਾਰਕ ਦਾ ਹਰ 20ਵਾਂ ਬੰਦਾ, ਐਵਰੀ 20th ਪਰਸਨ, ਉਹ ਕਰੋਨਾ ਪੋਜ਼ਿਟਿਵ ਸੀ ਔਰ 30,000 ਤੋਂ ਜ਼ਿਆਦਾ ਮੌਤਾਂ ਨਿਊਯਾਰਕ ਦੇ ਵਿੱਚ ਹੋਈਆਂ ਨੇ। ਕਈ ਵਾਰ ਇੱਕ ਦਿਨ ਦੇ ਵਿੱਚ 1,000 ਮੌਤ ਵੀ, 800 ਤੋਂ 1000 ਡੈਥ ਨਿਊਯਾਰਕ 'ਚ ਰਿਕਾਰਡ ਕੀਤੀਆਂ ਗਈਆਂ ਔਰ ਅਜੇ ਵੀ 500 ਕੇਸ ਨਵੇਂ ਰੋਜ਼ਾਨਾ ਆ ਰਹੇ ਨੇ। ਪਰ ਇਸ ਸਭ ਦੇ ਬਾਵਜੂਦ ਨਿਊਯਾਰਕ ਵਾਸੀਆਂ ਨੇ ਵੀ ਸਕੂਨ ਦਾ ਇਜ਼ਹਾਰ ਕੀਤਾ ਕਿ ਉਹਨਾਂ ਨੇ ਜਿਵੇਂ ਕੰਸਟਰਕਸ਼ਨ, ਮੈਨੂਫੈਕਚਰਿੰਗ, ਰਿਟੇਲ, ਇਹ ਸਾਰੇ ਸੈਕਟਰ ਖੋਲੇ ਨੇ, ਦਫ਼ਤਰ ਵੀ ਖੋਲੇ ਨੇ। ਅਸੀਂ ਵੀ ਆਪਣੀ ਟੀਮ ਦੇ ਨਾਲ ਸਾਰੀ ਸਿਚੁਏਸ਼ਨ ਨੂੰ ਅਸੈਸ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਚ ਜੇ ਰੱਬ ਨੇ ਚਾਹਿਆ ਤੇ ਅਸੀਂ ਲਾਈਵ ਆਪਣੇ ਸਟੂਡੀਓ 'ਚ ਸ਼ੋਅ ਕਰ ਰਹੇ ਹੋਵਾਂਗੇ। ਪਰ ਅਜੇ ਅਸੀਂ ਸਾਰਿਆਂ ਦੇ ਨਾਲ ਡੈਲੀਬਰੇਟ ਕਰਨ ਤੋਂ ਬਾਅਦ ਇਸ ਬਾਰੇ ਕਰਾਂਗੇ। ਔਰ ਇਸ ਵੇਲੇ ਜਿਹੜਾ ਦੁਨੀਆ ਦੇ ਵਿੱਚ ਟੋਟਲ ਕੇਸ, ਕਿਉਂਕਿ ਜਿਵੇਂ ਬ੍ਰਾਜ਼ੀਲ ਬੜੀ ਤੇਜ਼ੀ ਦੇ ਨਾਲ ਉੱਥੇ ਕੇਸ ਨੇ, ਨੰਬਰ 2 ਤੇ ਹੈ। ਭਾਰਤ ਜਿਨ੍ਹਾਂ ਦੇ ਕੋਲ ਗਊ ਮੂਤਰ ਦਾ ਇਲਾਜ ਹੈ, ਜਿੱਥੇ ਕਰੋਨਾ ਦੇਵੀ ਦੇ ਮੰਦਿਰ ਨੇ, ਜਿੱਥੇ ਉਹਨਾਂ ਦੀ ਪ੍ਰਾਚੀਨ ਸੰਸਕ੍ਰਿਤੀ ਯੋਗਾ ਸਭ ਬਿਮਾਰੀਆਂ ਦਾ ਇਲਾਜ ਹੈ, ਰਾਮਦੇਵ, ਵਾਸੁਦੇਵਾ ਸਾਰੇ ਪੁੱਠੇ ਹੋ ਕੇ ਲਟਕਦੇ ਨੇ। ਲੇਕਿਨ ਇਹ ਨਾ ਯੋਗਾ ਕੰਮ ਆਇਆ, ਨਾ ਗਊ ਮੂਤਰ ਕੰਮ ਆਇਆ, ਨਾ ਗਾਂ ਦਾ ਗੋਹਾ ਕੰਮ ਆਇਆ। ਔਰ ਇਸ ਵੇਲੇ ਭਾਰਤ ਜਿਹੜਾ ਉਹ 5ਵੇਂ ਨੰਬਰ ਤੇ ਹੈ ਦੁਨੀਆ 'ਚ ਕੇਸਾਂ ਦੇ ਹਵਾਲੇ ਨਾਲ। ਔਰ ਟੋਟਲ ਕੇਸ ਦੁਨੀਆ ਦੇ ਵਿੱਚ 7,01,45,199 ਨੇ ਔਰ ਮੌਤਾਂ ਜਿਹੜੀਆਂ ਨੇ ਉਹ 4,07,390 ਜਿਹੜੀਆਂ ਟੋਟਲ ਡੈਥਸ ਨੇ। ਅਮਰੀਕਾ ਦੇ ਵਿੱਚ ਟੋਟਲ ਕੇਸ 2 ਮਿਲੀਅਨ ਨੂੰ ਕ੍ਰਾਸ ਕਰ ਗਏ ਨੇ। 2,13,613 ਟੋਟਲ ਕੇਸਿਸ ਨੇ ਔਰ 1,12,640 ਡੈਥਸ ਅਮਰੀਕਾ ਦੇ ਵਿੱਚ ਹੋਈਆਂ ਨੇ। ਭਾਰਤ ਇਸ ਵੇਲੇ ਹੁਣ ਲੱਖਪਤੀ ਹੈ, ਪਹਿਲਾਂ 1 ਲੱਖ ਸੀ, ਹੁਣ 2 ਲੱਖਪਤੀ ਹੈ। 2,65,090 ਟੋਟਲ ਕੋਰੋਨਾ ਪੋਜ਼ਿਟਿਵ ਨੇ ਔਰ 5ਵੇਂ ਨੰਬਰ ਤੇ ਹੈ ਔਰ 2,067 ਜਿਹੜੀਆਂ ਨੇ ਡੈਥਸ ਨੇ। ਪਾਕਿਸਤਾਨ ਵੀ, ਭਾਵੇਂ ਭਾਰਤ ਉਹਨਾਂ ਨੂੰ ਸ਼ੂਦਰ ਸਮਝਦਾ ਹੋਏ, ਲੇਕਿਨ ਇਸ ਮਾਮਲੇ 'ਚ ਉਹ ਵੀ ਨਾਲ ਬਰਾਬਰ ਜਿਹੇ ਨੇ ਔਰ ਉਹਨਾਂ ਦਾ ਪਾਕਿਸਤਾਨ 16ਵੇਂ ਨੰਬਰ ਤੇ ਹੈ ਔਰ ਪਾਕਿਸਤਾਨ 'ਚ ਵੀ 1 ਲੱਖ ਕੇਸ ਪੋਜ਼ਿਟਿਵ ਕ੍ਰਾਸ ਹੋ ਚੁੱਕਾ ਹੈ, 1,03,671 ਔਰ 2,067 ਡੈਥਸ ਨੇ। ਔਰ ਉਹਨਾਂ ਦੀ ਇਵਨ ਪੋਲੀਟੀਕਲ ਕਲਾਸ ਵੀ, ਜਿਵੇਂ ਸਾਬਕਾ ਪ੍ਰਾਈਮ ਮਿਨਿਸਟਰ ਜਿਹੜੇ ਨੇ ਮਿਸਟਰ ਸ਼ਾਕਾਨ ਅਬਾਸੀ ਔਰ ਉਹਨਾਂ ਦੇ ਬੜੇ ਕਲਰਫੁਲ ਮਰਕਿਊਰੀਅਲ ਰੇਲਵੇ ਮਿਨਿਸਟਰ ਸ਼ੇਖ ਰਸ਼ੀਦ, ਜਿਹੜੇ ਇੱਕੋ ਦਿਨ 'ਚ ਕਈ ਵਾਰੀ 8-8, 10 ਚੈਨਲਸ ਤੇ ਨਜ਼ਰ ਆਉਂਦੇ ਨੇ ਔਰ ਉਹਨਾਂ ਕੋਲ ਚੰਗਾ ਹੁਨਰ ਹੈ ਗੱਲ ਕਰਨ ਦਾ, ਲੋਕ ਉਹਨਾਂ ਨੂੰ ਦੇਖਦੇ ਨੇ। ਅਸੀਂ ਵੀ ਉਹਨਾਂ ਨੂੰ ਜਿਹੜਾ ਕੁਝ ਮਾਮਲਿਆਂ ਦੇ ਵਿੱਚ, ਖਾਸ ਤੌਰ ਤੇ ਜਦੋਂ ਲਾਲੂ ਯਾਦਵ ਰੇਲਵੇ ਮਿਨਿਸਟਰ ਬਣਿਆ, ਉਹ ਵੀ ਕਲਰਫੁਲ ਸੀ ਤੇ ਉਧਰ ਸ਼ੇਖ ਰਸ਼ੀਦ ਸੀ, ਚੰਗਾ ਕੰਬੀਨੇਸ਼ਨ ਸੀ। ਉਹ ਅਨਫੋਰਚੂਨੇਟਲੀ ਇਹ ਦੋਨੋਂ ਹੀ ਸ਼ਖਸੀਅਤਾਂ ਕੋਰੋਨਾ ਪੋਜ਼ਿਟਿਵ ਆਈਆਂ ਨੇ ਔਰ ਦਿੱਲੀ ਕੇਜਰੀਵਾਲ ਦੇ ਬਹੁਤ ਸਾਰੇ ਹੋਰ ਅਡੰਬਰ ਜਿਹੜੇ ਨੇ, ਉਹਨਾਂ ਵਾਂਗ ਇੱਕ ਅਡੰਬਰ ਜਿਹੜਾ ਸੀ ਜੀ ਦਿੱਲੀ 'ਚ ਅਸੀਂ ਆਹ ਕਰਤਾ, ਪਰ ਨਾਲ ਹੀ ਆਰਡਰ ਕੱਢਤਾ ਕਿ ਦਿੱਲੀ 'ਚ ਕੋਈ ਗੈਰ ਦਿੱਲੀ ਵਾਲਾ ਇਲਾਜ ਨਹੀਂ ਕਰਾ। ਅਸੀਂ ਤਾਂ ਕਹਿੰਦੇ ਹਰ ਸਟੇਟ ਇਹ ਆਰਡਰ ਕੱਢੇ, ਜਿਵੇਂ ਯੂਪੀ, ਬਿਹਾਰ, ਉਹਨਾਂ ਨੇ ਬਾਰਡਰ ਬੰਦ ਕਰਤੇ ਸੀ। ਇਹੀ ਲਿਜਾ ਰਿਹਾ ਉਸ ਪਾਸੇ ਵੱਲ ਕਿ ਅਲਟੀਮੇਟਲੀ ਇਹ ਅੱਡ-ਅੱਡ ਜਿਹੜੀਆਂ ਕੌਮੀਅਤਾਂ ਇੱਕ ਥਾਂ ਤੇ ਡੱਕੀਆਂ ਹੋਈਆਂ ਨੇ ਔਰ ਬੇਸ਼ੱਕ ਲੈਫਟੀਨੈਂਟ ਜਨਰਲ, ਲੈਫਟੀਨੈਂਟ ਗਵਰਨਰ ਦਿੱਲੀ ਦੇ ਨੇ ਇਹਨੂੰ ਓਵਰਰੂਲ ਕੀਤਾ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦੇ ਵਿੱਚ ਇਹ ਚੱਲ ਰਿਹਾ। ਪ੍ਰੋਟੈਸਟ ਦੁਨੀਆ ਭਰ 'ਚ ਰੇਸਿਜ਼ਮ ਦੇ ਖਿਲਾਫ ਬੜੇ ਜ਼ੋਰ ਸ਼ੋਰ ਪਰ ਪੀਸਫੁਲ। ਇੰਗਲੈਂਡ ਦੇ ਵਿੱਚ ਉਹਨਾਂ ਨੇ ਕਈ ਵੱਡੇ ਪ੍ਰੋਮਿਨੈਂਟ, ਇੱਕ ਦੋ ਜਿਹੜੇ ਸਲੇਵ ਟ੍ਰੇਡਰ ਸੀ, ਜਿਹੜੇ ਉੱਥੋਂ ਲਿਆ ਕੇ ਅਫਰੀਕਾ 'ਚੋਂ ਗੁਲਾਮ ਅਮਰੀਕਾ ਔਰ ਦੂਜੇ 'ਚ ਵੇਚਦੇ ਸੀ, ਉਹਨਾਂ ਦੇ ਬੁੱਤ ਵੀ ਥੱਲੇ ਸੁੱਟੇ ਨੇ। ਅਮਰੀਕਾ 'ਚ ਪੁਲਿਸ ਦੇ ਖਿਲਾਫ ਕਿਵੇਂ ਜ਼ਿਆਦਤੀਆਂ ਨੇ, ਹੋਰ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਔਰ ਮਿਨੀਐਪੋਲਿਸ ਦੀ ਕੌਂਸਲ ਨੇ ਤਾਂ ਜਿਹੜਾ ਉਹ ਸਾਰਾ ਪੁਲਿਸ ਡਿਪਾਰਟਮੈਂਟ ਹੀ ਡਿਸਬੈਂਡ ਕਰ ਦਿੱਤਾ ਹੈ ਕਿ ਅਸੀਂ ਨਵੀਂ ਕਰਾਂਗੇ। ਔਰ ਮੈਨੂੰ ਡਰ ਹੈ ਕਿ ਇੱਥੇ ਈਵਨ ਜੇ ਪੁਲਿਸ ਵੀ ਉਹਨਾਂ 'ਚੋਂ ਇੱਕ ਅੱਧਾ ਵੀ ਕੋਈ ਹਥਿਆਰਬੰਦ ਵਾਲੇ ਪਾਸੇ ਨਿਕਲ ਪਿਆ ਜਾਂ ਇਨ ਬਲਾਕ ਨੌਕਰੀਆਂ ਜਾ ਰਹੀਆਂ ਨੇ। ਔਰ ਈਵਨ ਹਾਊਸ ਦੇ ਵਿੱਚ ਵੀ ਨੈਂਸੀ ਪੈਲੋਸੀ ਨੇ ਐਲਾਨ ਕੀਤਾ ਕਿ ਵੀ ਅਸੀਂ ਰਿਫਾਰਮ ਪੁਲਿਸ ਫੋਰਸ ਦੇ ਵਿੱਚ
ਲਿਆਉਣ ਦੇ ਲਈ ਲੈਜਿਸਲੇਸ਼ਨ ਲਿਆ ਰਹੇ। ਸੋ ਕੁੱਲ ਮਿਲਾ ਕੇ ਇਸ ਕਿਸਮ ਦਾ ਇਹ ਮਾਹੌਲ ਹੈ ਔਰ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਸ ਘੱਲੂਘਾਰਾ ਹਫ਼ਤੇ ਦੇ ਦੌਰਾਨ ਸਾਡੇ ਪ੍ਰੋਗਰਾਮਾਂ ਨੂੰ ਸਰਾਹਿਆ। ਪਿਛਲੇ ਪ੍ਰੋਗਰਾਮ ਵੇਲੇ ਮੇਰੀ ਸਲਿਪ ਆਫ ਟੰਗ ਸੀ 5 ਤੇ 6 ਜੂਨ ਦੀ ਦਰਮਿਆਨੀ ਰਾਤ ਕਹਿਣ ਦੇ ਬਜਾਏ ਮੈਂ ਜਨਵਰੀ ਕਿਹਾ। ਸਾਨੂੰ ਕਈਆਂ ਨੇ ਯਾਦ ਦਹਾਨੀ ਵੀ ਕਰਵਾਈ। ਉਹਦੇ ਤੋਂ ਮੈਨੂੰ ਲੱਗਿਆ ਕਿ ਬਈ ਸਾਰੇ ਧਿਆਨ ਨਾਲ ਦੇਖਦੇ ਨੇ, ਸੁੱਤੇ ਨਹੀਂ ਹੁੰਦੇ। ਸੋ ਅਸੀਂ ਮਾਜ਼ਰਤ ਚਾਹੁੰਦੇ ਕਿ ਬਈ ਕਈ ਵਾਰ ਇਹ ਸਲਿਪ ਆਫ ਟੰਗ ਹੁੰਦਾ ਔਰ ਬਹੁਤ ਸਾਰਿਆਂ ਨੇ ਪਹਿਲੀ ਵਾਰ ਮੈਂ ਦੇਖਿਆ ਕਿ ਘੱਲੂਘਾਰਾ ਹਫ਼ਤੇ ਦੇ ਨਾਲ ਸੰਬੰਧਿਤ ਜਿੰਨੀ ਹਮਦਰਦੀ ਔਰ ਪਿਆਰ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਇਸ ਵਾਰ ਦਿਖਾਇਆ, ਉਸ ਪੀੜ ਨੂੰ ਮਹਿਸੂਸ ਕੀਤਾ। ਇਹਨੂੰ ਅਸੀਂ ਬੇਸ਼ੱਕ ਸਾਡਾ ਮੈਸੇਜ ਹੁਣ TV 84 ਰਾਹੀਂ ਭਾਰਤ ਦੇ ਨਕਸ਼ੇ 'ਚ ਨਹੀਂ ਜਾਏਗਾ। ਅਸੀਂ ਇਹਦੇ ਤੇ ਅਜੇ ਦੇਖਦੇ ਹਾਂ ਕਿ ਹੋਰ ਕੀ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਦੂਸਰੇ ਜਿਹੜੇ ਸਾਡੇ ਫੈਲੋ ਫੇਸਬੁੱਕ ਦੇ ਉੱਤੇ ਇਹ ਪ੍ਰੋਗਰਾਮ ਕਰਦੇ ਨੇ, ਉਹਨਾਂ ਨੇ ਤਾਂ ਕਈ ਪੇਜ ਬਣਾਏ ਨੇ ਜਿਹੜੇ ਦੇ ਰਾਹੀਂ ਉਹ ਵੀ ਡੋਜ਼ ਦੇ ਰਹੇ ਨੇ ਹਕੂਮਤ ਨੂੰ। ਜਾਂ ਉਹਨਾਂ ਨੇ ਇੱਕ ਕੀਤਾ ਉਹ ਦੂਸਰੇ ਤੇ ਲਾਈਵ ਕਰਦੇ ਨੇ। ਸਮਝਿਆ ਅਸੀਂ ਵੀ ਇਸ ਕਿਸਮ ਦੀ ਸਟ੍ਰੈਟਜੀ ਕਰੀਏ। ਹਾਂ, ਮੈਨੂੰ ਟੈਕਨੀਕਲ ਟੀਮ ਨੇ ਦੱਸਿਆ ਕਿ TV 84 ਪੰਜਾਬ ਇਹ ਵੀ ਸਾਡਾ ਇੱਕ ਸਾਈਟ ਅਪ ਹੋਇਆ ਔਰ ਜਿਹੜੇ ਜੇ ਇਹਨੂੰ ਤੁਸੀਂ ਪੰਜਾਬ ਤੱਕ ਵੀ ਜਿਹੜੇ ਨੇ ਦੇਖਣ ਵਾਲੇ ਭਾਰਤ ਦੇ ਵਿੱਚ ਉਹਨਾਂ ਤੱਕ ਇਹ ਮੈਸੇਜ ਪਹੁੰਚਾ ਸਕੋ ਕਿ TV 84 ਪੰਜਾਬ ਦੇ ਉੱਤੇ ਉਹ ਜਿਹੜੇ ਨੇ ਉਹ ਲੌਗ ਕਰ ਸਕਦੇ ਨੇ, ਲੌਗਇਨ ਉਹਦੇ ਚੋਂ ਦੇਖ ਸਕਦੇ ਨੇ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਕਿਵੇਂ, ਨਹੀਂ ਤਾਂ ਫਿਰ ਅਸੀਂ ਆਪਣੇ ਗੁਆਂਢੀ ਮੁਲਕ ਨੂੰ ਜੇ ਉਹਨਾਂ ਨੇ ਸਾਨੂੰ ਆਵਾਜ਼ ਨਹੀਂ ਦੇਣ ਦੇਣੀ ਫਿਰ ਤਾਂ ਅਸੀਂ ਇਹ ਕਹਾਂਗੇ ਕਿ ਜੀ ਸਾਡੀ ਧਰਤੀ ਹੈ ਮਦੀਨਾ ਕਰਤਾਰਪੁਰ ਸਾਹਿਬ, ਉੱਥੇ ਹੀ ਟਰਾਂਸਮਿਟਰ ਲਾ ਲਾਂਗੇ ਕਿ ਕੋਈ ਨਾ ਕੋਈ ਗੱਲ ਜਿਹੜੀ ਹੈ ਦੂਸਰੇ ਪਾਸੇ ਜਾਏ। ਮੇਰਾ ਖਿਆਲ ਹੈ ਕਿ ਹੁਣ ਵਕਤ ਆ ਗਿਆ ਜਿੱਥੇ ਅਸੀਂ ਸਿੱਖ ਕੌਮ ਆਪਣੀ ਆਜ਼ਾਦੀ ਦੇ ਲਈ ਜਿਹੜੀ ਹੈ ਉਹ ਪੂਰੀ ਦ੍ਰਿੜਤਾ ਦੇ ਨਾਲ ਉਹਨਾਂ ਨੇ ਇਸ ਵਾਰ ਆਪਣਾ ਰਿਜ਼ੋਲਵ ਦਿਖਾਇਆ। ਉੱਥੇ ਅਸੀਂ ਸਮਝਦੇ ਹਾਂ ਵੀ ਗੁਆਂਢੀ ਮੁਲਕ ਵੀ ਸਾਡਾ ਇਸ ਗੱਲ ਵੱਲ, ਖਾਲਿਸਤਾਨ ਦਾ ਹਮਸਾਇਆ ਸਾਡਾ ਪਾਕਿਸਤਾਨ ਮੁਲਕ, ਉਸ ਦੇ ਜਿਹੜੇ ਰੂਲਰ ਨੇ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਨੇ, ਲਾਅ ਮੇਕਰ ਨੇ, ਉਹ ਵੀ ਜ਼ਰਾ ਗਟਸ ਦਿਖਾਣ। ਔਰ ਇੱਕ ਗੱਲ ਦਾ ਧਿਆਨ ਰਹੇ, ਜਿਹੜੀ ਗੱਲ ਨੈਪੋਲੀਅਨ ਨੇ ਜਿਹੜਾ ਜ਼ਬਰਦਸਤ ਫੌਜੀ ਜਨਰਲ ਸੀ ਸਮਝਾਈ ਸੀ ਕਿ ਦਾ ਬੈਸਟ ਪਾਰਟ ਆਫ ਡਿਫੈਂਸ ਇਜ਼ ਆਫੈਂਸ, ਅਟੈਕ ਐਂਡ ਅਟੈਕ ਐਂਡ ਅਟੈਕ। ਭਾਰਤੀ ਹਾਕਮ ਕਿਵੇਂ ਧਮਕੀਆਂ ਤੇ ਉਤਰੇ ਨੇ, ਚੀਨ ਦੇ ਸਾਹਮਣੇ ਤਾਂ ਭਿੱਜੀ ਬਿੱਲੀ ਬਣੇ ਨੇ ਤੇ ਪਾਕਿਸਤਾਨ ਨੂੰ ਆਲਰੇਡੀ ਕਰਤੂਤਾਂ ਦਾ ਉੱਥੇ ਕਰ ਹੀ ਰਿਹਾ ਸੀ, ਹੁਣ ਫੇਰ ਇਹ ਧਮਕਾਉਣ ਵੱਲ ਤੁਰੇ ਨੇ, ਕੋਈ ਦਿਲਵਦੀ ਵੀ ਕਰ ਸਕਦੇ ਨੇ। ਸੋ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਨੇ ਜਿੱਥੇ ਆਪਣੇ ਆਪ ਨੂੰ ਹੋਰ ਤਰੀਕਿਆਂ ਨਾਲ ਮਹਿਫੂਜ਼ ਕੀਤਾ ਹੈ, ਉਹ ਵੀ ਆਪਣਾ ਜਿਹੜਾ ਇਹਨਾਂ ਦੀ ਜਿਵੇਂ ਟਰਮੀਨੋਲੋਜੀ ਹਿੰਦੂ ਤਵੀਆਂ ਦੀ ਕਹਿਣੀ ਹੋਏ ਤੇ ਉਹਨਾਂ ਦਾ ਜੇ ਬ੍ਰਹਮ ਅਸਤਰ ਹੈ ਕਿ ਉਹ ਸਿੱਖ ਨੇ ਔਰ ਖਾਲਿਸਤਾਨ ਦੀ ਤਹਿਰੀਕ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਹੁਣ ਜਿਹੜਾ ਕੁੰਡ ਕੱਢਣ ਦੀ ਗੱਲ ਨਹੀਂ ਹੈ, ਕੁੰਡ ਚੁੱਕਣਾ ਪਏਗਾ। ਤੇ ਫਿਰ ਜਦੋਂ ਅਸੀਂ ਭਰਾ ਖਲੋਵਾਂਗੇ ਤੇ ਫਿਰ ਜ਼ਾਹਰ ਹੈ ਕਿ ਉਹਦਾ ਨਤੀਜਾ ਕੀ ਹੋਏਗਾ। ਉਹ ਚੀਨ ਦੇ ਸਾਹਮਣੇ ਤਾਂ ਨਤੀਜਾ ਦੇਖ ਲਿਆ ਸੀ, ਤੀਸਰੇ ਸੈਗਮੈਂਟ ਨੂੰ ਫਿਰ ਡਿਸਕਸ ਕਰਾਂਗੇ। ਔਰ ਸਾਡੇ ਬਹੁਤ ਸਾਰੇ ਵਿਊਅਰਸ ਨੇ, ਜਿਹੜਾ ਸਾਡਾ ਲਾਈਟ ਹਿਊਮਰ ਸੀ ਉਹ ਚਾਈਨੀਜ਼ ਕੁਕੀਜ਼ ਦਾ ਹੋਏ, ਉਹ ਲੌਟ ਕੇ ਬੁੱਧੂ ਘਰ ਕੋ ਆਏ ਦਾ ਹੋਏ, ਉਹ ਚੀਨੀ ਚਾਹ ਦਾ ਹੋਏ, ਔਰ ਉਹਦੇ ਤੇ ਈਵਨ ਤੁਹਾਡਾ ਮੁਸਕਰਾਣਾ, ਕਿਸੇ ਨੇ ਵੀ ਕਿਹਾ ਕਿ ਜੀ ਜਿਹੜਾ ਉਸ ਮੁੱਦੇ ਤੇ ਉਹੀ ਇਹ ਸਮਾਈਲ ਸੇਜ਼ ਅ 1000 ਸਟੋਰੀ। ਸੋ ਅਸੀਂ ਕੱਲੇ ਦੀ ਰਕਤ ਨਹੀਂ ਪੜ ਸਕਦੇ, ਪਰ ਅਸੀਂ ਤੁਹਾਡਾ ਸਭ ਦਾ ਸ਼ੁਕਰੀਆ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।